ਪੇਰੈਂਟਸ ਸੀ ਪੁਰਾਣੇ, ਉਹਨਾਂ ਸਕੂਲ ਉਹ ਨਹੀਂ ਗਏ, ਅੱਤਵਾਦ ਦਾ ਦੌਰ ਰਿਹਾ, ਉਸ ਤੋਂ ਪਹਿਲਾਂ ਵੀ ਪੰਜਾਬ ਦੇ ਕਾਲਾ ਵਕਤ ਰਿਹਾ। ਉਹਨਾਂ ਨੇ ਆਪਦੇ ਬੱਚਿਆਂ ਨੂੰ ਬਿਹਤਰ ਸਹੂਲਤਾਂ ਦੇਣੀਆਂ ਚਾਹੀਆਂ, ਪਰ ਉਸ ਸਮੇਂ ਦੇ ਹਾਕਮਾਂ ਨੇ ਸਰਕਾਰੀ ਸਕੂਲਾਂ ਦੇ ਉੱਤੇ ਉਹਨਾਂ ਖਰਚਾ ਨਹੀਂ ਕੀਤਾ। ਸਕੂਲਾਂ ਦੇ ਵਿੱਚ ਕਨਵੈਂਟ ਪ੍ਰਾਈਵੇਟਾਈਜੇਸ਼ਨ ਸੀ, ਉੱਥੇ ਟੀਚਰਸ ਦੀ ਗਾਂ ਐਕਸਪਲੋਇਟੇਸ਼ਨ ਹੁੰਦੀ ਹੈ, ਤੇ ਜੋ ਪਿੰਡਾਂ ਦੇ ਬੱਚੇ ਹੀ ਜਾਂਦੇ ਨੇ ਤਾਂ ਬੈਕ ਬੈਂਚ ਤੇ ਬੈਠ ਕੇ ਮੁੜ ਆਉਂਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਥਰੂ ਮਿਊਜ਼ਿਕ ਐਂਟਰਟੇਨਮੈਂਟ ਦੇ ਉੱਤੇ ਮੈਂ ਹਮੇਸ਼ਾ ਹੀ ਗੱਲ ਕਰਦੀ ਹਾਂ, ਉਹਨਾਂ ਨੇ ਵੀ ਕਿਤੇ ਕਰ ਦਿੱਤਾ ਹੈ ਕਿ ਸ਼ਾਇਦ ਫੈਸ਼ਨ ਆਰਾਮ ਦੀ ਜ਼ਿੰਦਗੀ ਹੈ ਕਿ ਤੁਸੀਂ ਬੁਲਟ 'ਤੇ ਚਲੇ ਜਾਓ, ਪਿੱਛੇ ਬੈਠੋ। ਉਹ ਕੁਐਸਚਨ ਜੇ ਕਰਦੇ ਨੇ ਤਾਂ ਟੀਚਰ ਝਿੜਕ ਕੇ ਬਿਠਾ ਦਿੰਦੇ ਨੇ। ਤੇ ਇਹਦੇ ਨਾਲ ਜੋ ਹੈ ਨਾ ਕਿ ਇੱਕ ਕਾਸਟਸ ਦੇ ਵਿੱਚ ਜ਼ਿਆਦਾ ਤਕਰਾਰ ਵੀ ਵਧੀ ਹੈ, ਕਿਉਂਕਿ ਮੇਰੇ ਫਾਦਰ ਸਾਹਿਬ ਦੱਸਦੇ ਸੀ ਕਿ ਜਦੋਂ ਆਉਂਦੇ ਸੀ ਤਾਂ ਬੜੇ ਉਹਨਾਂ ਦੇ ਜਾਣ ਪਛਾਣ ਦੇ ਲੋਕ ਨੇ, ਭਾਵੇਂ ਅਸੀਂ ਗਰੀਬ ਕਹਦੇ ਪਰ ਬੜੇ ਦਿਲ ਦੇ ਅਮੀਰ ਲੋਕ ਨੇ, ਉਹ ਉੱਦਾਂ ਹੀ ਵਰਤਦੇ ਨੇ, ਕੋਈ ਜਾਤ ਪਾਤ ਦਾ ਨਹੀਂ ਹੈ। ਪਤਾ ਨਹੀਂ ਫਿਲਾਸਫੀ ਦੀ ਦੁਨੀਆ ਦੇ ਵਿੱਚ ਸ਼ਾਇਦ ਹੋਵੇ ਵੱਡੀ ਤਕਰਾਰ। ਇਸ ਤੋਂ ਇਲਾਵਾ ਜੋ ਪੇਰੈਂਟਸ ਨੇ ਨਾ, ਇੱਕ ਕਲੈਕਟਿਵ ਕੌਨਸ਼ੀਅਸਨੈਸ ਦਾ ਕੰਸੈਪਟ ਹੁੰਦਾ ਸੋਸ਼ੀਓਲੋਜੀ ਦੇ ਵਿੱਚ, ਕਿ ਜਿਸ ਤਰ੍ਹਾਂ ਦਾ ਸਮਾਜ ਹੈ ਬਸ ਸਾਰੇ ਜੇ ਮੱਥਾ ਟੇਕ ਰਹੇ ਨੇ ਤਾਂ ਬਸ ਤੁਸੀਂ ਵੀ ਟੇਕ ਰਹੇ ਹੋ। ਇਹ ਹੋਲ ਐਜੂਕੇਸ਼ਨ ਸਿਸਟਮ ਤੇ ਸਾਡੀ ਹੋਰ ਪੋਲੀਟਿਕਸ ਤੇ ਜੋ ਇੱਕ ਏਸੀ ਦੇ ਰੂਮ ਵਿੱਚ ਬੈਠ ਕੇ ਬਣਾਉਂਦੇ ਨੇ, ਮੈਂ ਇਹਨੂੰ ਕੌਨਸਪੀਰੇਸੀ ਕਵਾਂ, ਸਾਜ਼ਿਸ਼ ਕਵਾਂ, ਜਾਂ ਮੈਂ ਕਵਾਂ ਕਿ ਵੀ ਬੇਵਕੂਫੀ ਹੈ ਜਾਂ ਉਹਨਾਂ ਦੀ ਇਗਨੋਰੈਂਸ ਹੈ। ਤੇ ਬਾਕੀ मैं पेरेंट्स ਨੂੰ ਤਾਂ ਇਹੀ कहूँगी कि बच्चों के नन्हे हाथों को चांद सितारे छू लेने दो, 4 किताबें पढ़कर ये भी हम जैसे हो। ਜੋ ਜਿਨ੍ਹਾਂ ਨੂੰ ਵਕਤ ਨੇ ਤੇ ਲੋਕਾਂ ਨੇ ਬਹੁਤ ਵੱਡੇ ਸੰਘਰਸ਼ਾਂ ਦੇ ਨਾਲ ਠੱਲਿਆ ਹੁੰਦਾ, ਵਿਰੋਧ ਕੀਤਾ ਹੁੰਦਾ, ਪਰ ਜਿਵੇਂ ਵਕਤ ਬਦਲਦਾ ਹੈ ਨਾ ਤਾਂ ਬਿਨਾਂ ਵਿਰੋਧ ਤੋਂ ਉਹ ਲਾਗੂ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਜਿਨ੍ਹਾਂ ਦਾ ਵਿਰੋਧ ਕਰਨ ਵਾਲੇ ਜਾਂ ਤਾਂ ਬੰਦੇ ਮਾਰ ਦਿੱਤੇ ਜਾਂਦੇ ਨੇ ਜਾਂ ਉਹਨਾਂ ਦੀ ਸੋਚ ਨੂੰ ਮਾਰ ਦਿੱਤਾ ਜਾਂਦਾ ਹੈ। ਰੱਬ ਦੇ ਬਜ਼ੁਰਗਾਂ ਦੇ ਨਾਂ 'ਤੇ ਅਸੀਂ ਬਹੁਤ ਢੀਂਗਾ ਪੱਟਦੇ ਰਹਿੰਦੇ ਹਾਂ ਕਿ ਸਾਡੇ ਬਜ਼ੁਰਗਾਂ ਨੇ ਆਹ ਕੀਤਾ, ਸਾਡੇ ਗੁਰੂ ਸਾਹਿਬਾਨਾਂ ਨੇ ਇਹ ਕੀਤਾ, ਸਾਡੇ ਯੋਧਿਆਂ ਨੇ, ਹਰੀ ਸਿੰਘ ਨਲੂਏ ਵਰਗਿਆਂ ਨੇ ਇਹ ਕੀਤਾ। ਸਤਿ ਸ਼੍ਰੀ ਅਕਾਲ। ਹਰ ਸਟੋਰੀ ਸ਼ੋ ਵਿਦ ਰਮਨ ਤੂੜ ਦੇ ਵਿੱਚ ਆਪ ਸਭ ਦਾ ਸਵਾਗਤ। ਅੱਜ ਮੇਰੇ ਸ਼ੋਅ ਦੀ ਨਾਇਕਾ ਇੱਕ ਬਹੁਤ ਪਿਆਰੀ ਜੀ ਕੁੜੀ ਹੈ, ਜਿਹੜੀ ਖਿਡਾਰੀ ਵੀ ਹੈ, ਜਿਹੜੀ ਪੜਾਕੂ ਕੁੜੀ ਵੀ ਹੈ, ਤੇ ਜਿਹੜੀ ਸਮਝਦਾਰ ਤੇ ਸਿਆਣੀਆਂ ਗੱਲਾਂ ਕਰਨ ਵਾਲੀ ਕੁੜੀ ਵੀ ਹੈ। ਕੁਝ ਦਿਨ ਪਹਿਲਾਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਕੁੜੀ ਨੂੰ ਬਹੁਤ ਧੜੱਲੇਦਾਰ ਤਰੀਕੇ ਦੇ ਨਾਲ ਆਪਣੀ ਗੱਲ ਕਹਿੰਦਿਆਂ ਸੁਣਿਆ ਹੋਊਗਾ। ਮੇਰਾ ਦਿਲ ਕੀਤਾ ਕਿ ਉਹਦੇ ਨਾਲ ਆ ਕੇ ਗੱਲਾਂ ਕੀਤੀਆਂ ਜਾਣ ਤੇ ਜਾਣਿਆ ਜਾਵੇ ਕਿ ਜੋ ਕੁੜੀਆਂ ਬੋਲਦੀਆਂ, ਆਪਣੇ ਦਿਲ ਦੀ ਕਹਿੰਦੀਆਂ, ਉਹ ਕੀ ਸੋਚਦੀਆਂ ਆਪਣੇ ਬਾਰੇ, ਆਪਣੇ ਸਮਾਜ ਦੇ ਬਾਰੇ ਤੇ ਆਪਣੀਆਂ ਹਮ ਉਮਰ ਕੁੜੀਆਂ ਦੇ ਬਾਰੇ, ਕਿ ਜ਼ਿੰਦਗੀ ਕਿਵੇਂ ਦੀ ਹੈ, ਹੋਣੀ ਕਿਵੇਂ ਦੀ ਚਾਹੀਦੀ ਆ, ਔਰ ਪੂਰਾ ਸਿਸਟਮ ਜੋ ਸਰਕਾਰੀ ਰਾਜਨੀਤਿਕ ਸਿਸਟਮ ਹੈ ਉਹ ਕੀ ਸਾਨੂੰ ਦੇ ਰਿਹਾ ਹੈ। ਸੋ ਅੱਜ ਮੈਂ ਹਰਵੀਰ ਕੌਰ ਦੇ ਨਾਲ ਬੈਠੀ ਹੋਈ ਹਾਂ। ਜ਼ਿਲ੍ਹਾ ਮੁਕਤਸਰ ਸਾਹਿਬ ਦਾ ਇੱਕ ਛੋਟਾ ਜਿਹਾ ਪਿੰਡ ਕੌਣੀ ਹੈ। ਬਹੁਤ ਖੂਬਸੂਰਤ ਪਿੰਡ ਹੈ ਕਿਉਂਕਿ ਬਹੁਤ ਸੋਹਣੇ ਤਰੀਕੇ ਨਾਲ ਸਜਿਆ ਹੋਇਆ, ਸਕੂਲਾਂ ਦੀਆਂ ਬਿਲਡਿੰਗਾਂ, ਸੱਥਾਂ, ਲਾਇਬ੍ਰੇਰੀਆਂ, ਬਹੁਤ ਕੁਝ ਬਹੁਤ ਖੂਬਸੂਰਤ। ਤੇ ਉਸ ਪਿੰਡ ਦੇ ਵਿੱਚ ਇੱਕ ਘਰ ਦੇ ਵਿੱਚ ਇਹ ਕੁੜੀ ਰਹਿੰਦੀ ਆ। ਗੱਲ ਕਰਨ ਨੂੰ ਦਿਲ ਕੀਤਾ ਔਰ ਦੇਖਣ ਨੂੰ ਇਹ ਲੱਗਦਾ ਕਿ ਬੜੀ ਛੋਟੀ ਜੀ ਕੁੜੀ ਆ, ਔਰ ਮੈਨੂੰ ਕਿਸੇ ਨੇ ਦੱਸਿਆ ਹੀ ਸੀ ਕਿ 18-19 ਸਾਲਾਂ ਦੀ ਕੁੜੀ ਆ, ਪਰ ਇਹ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਆ। ਹਾਂ, 19 ਸਾਲਾਂ ਦੀ ਕੁੜੀ ਆ, ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਆ, ਪਰ ਵਿਚਾਰ ਜਿਹੜੇ ਆਪਣੇ ਪੇਸ਼ ਕਰਦੀ ਆ ਉਹ ਬਹੁਤ ਖੂਬਸੂਰਤ ਤਰੀਕੇ ਨਾਲ ਪੇਸ਼ ਕਰਦੀ ਆ। ਉਹਦੇ ਨਾਲ ਗੱਲਬਾਤ ਕਰਦੇ ਆ, ਉਹਦੀ ਸਟੋਰੀ ਸੁਣਦੇ ਆ, ਕਰਦੇ ਆ ਸਵਾਗਤ। ਹਰਵੀਰ, ਬਹੁਤ ਬਹੁਤ ਸਵਾਗਤ ਤੁਹਾਡਾ। ਥੈਂਕ ਯੂ ਸਰ, ਮੈਮ, ਤੇ ਤੁਹਾਡਾ ਇਨੀ ਬਿਊਟੀਫੁਲ ਇੰਟਰੋਡਕਸ਼ਨ ਦੇ ਲਈ ਥੈਂਕ ਯੂ ਵੈਰੀ ਮਚ। ਹਰਵੀਰ, ਤੁਹਾਡੀਆਂ ਗੱਲਾਂ ਸੁਣੀਆਂ ਸੀ। ਸਭ ਤੋਂ ਪਹਿਲਾਂ ਤਾਂ ਆਪਾਂ ਇਲੈਕਸ਼ਨ ਤੋਂ ਸ਼ੁਰੂ ਕਰ ਲੈਂਦੇ ਹਾਂ ਨਾ। ਬਹੁਤ ਚੀਜ਼ਾਂ ਹੈਗੀਆਂ, ਖਾਸ ਤੌਰ ਤੇ ਕੁੜੀਆਂ ਬੋਲਦੀਆਂ ਨਹੀਂ, ਔਰ ਅਸੀਂ ਤਾਂ ਉਸ ਪੰਜਾਬ ਦੇ ਵਿੱਚ ਰਹਿੰਦੇ ਹਾਂ ਜਿੱਥੇ ਔਰਤਾਂ ਸਰਪੰਚ ਤਾਂ ਬਣਦੀਆਂ, ਪਰ ਸਰਪੰਚੀ ਮਰਦ ਕਰਦੇ, ਉਹਨਾਂ ਦੇ ਪਤੀ ਕਰਦੇ, ਉਹਨਾਂ ਦੇ ਪੁੱਤ ਕਰਦੇ ਆ ਨਾ। ਇਹਨਾਂ ਚੀਜ਼ਾਂ ਦੇ ਵਿੱਚ ਕੀ ਲੱਗਦਾ, ਰਾਜਨੀਤਿਕ ਜੇ ਸਿਸਟਮ ਦੇ ਵਿੱਚ ਦੇਖੀਏ ਤੇ ਔਰਤਾਂ ਕਿੱਥੇ ਕੁ ਖੜੀਆਂ, ਖਾਸ ਤੌਰ ਤੇ ਉਦੋਂ ਜਦੋਂ 21ਵੀਂ ਸਦੀ ਦਾ ਦਰਵਾਜ਼ਾ ਲੰਘ ਕੇ ਅਸੀਂ ਅੱਗੇ ਆ ਕੇ ਖੜ ਚੁੱਕੇ। ਦੇਖੋ, ਔਰਤਾਂ ਨੇ ਆਪਦਾ ਮੁਕਾਮ ਹੈ ਜਿਹੜਾ ਖੁਦ ਆਪਦੇ ਸੰਘਰਸ਼ ਨਾਲ ਪਾਇਆ ਹੈ। ਤੇ ਜਿਵੇਂ ਲੋਕਤੰਤਰ ਦੀ ਜਿੱਥੋਂ ਸਾਡਾ ਚੱਲਦਾ ਹੈ, ਜਿੱਥੋਂ ਸਾਡੀ ਲਿਬਰਲਿਜ਼ਮ ਦੀ ਸਾਡੀ ਫਿਲਾਸਫੀ ਚੱਲਦੀ ਹੈ ਫਰਾਂਸ ਤੋਂ, ਉੱਥੇ ਵੀ ਕਿਤੇ ਔਰਤਾਂ ਨੂੰ ਤੇ ਬੇਜ਼ਮੀਨੇ ਲੋਕਾਂ ਨੂੰ ਵੋਟਾਂ ਦਾ ਅਧਿਕਾਰ ਨਹੀਂ ਸੀ ਦਿੱਤਾ। ਇੱਕ ਬਹੁਤ ਵੱਡਾ ਸੰਘਰਸ਼ ਕੀਤਾ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਨੇ ਸੋਫੀਆ, ਉਹਨਾਂ ਨੇ ਸੰਘਰਸ਼ ਕੀਤੇ, ਬਹੁਤ ਔਰਤਾਂ ਨੇ ਸੰਘਰਸ਼ ਕੀਤਾ, ਫਿਰ ਜਾ ਕੇ ਸਾਨੂੰ ਕਿਤੇ ਵੋਟਾਂ ਦਾ ਅਧਿਕਾਰ ਮਿਲਿਆ ਹੈ। ਤੇ ਜਿੱਥੇ ਰਹੀ ਗੱਲ ਪੰਜਾਬ ਦੇ ਵਿੱਚ ਤੇ ਸਾਡੇ ਦੇਸ਼ ਦੀ ਰਾਜਨੀਤੀ ਦੇ ਵਿੱਚ ਗੱਲ ਔਰਤਾਂ ਦੀ, ਔਰਤਾਂ ਕਿਤੇ ਨਾ ਕਿਤੇ ਬੈਕਡੋਰ ਦੇ ਉੱਤੇ ਬਹੁਤ ਵੱਡਾ ਰੋਲ ਪਲੇ ਕਰਦੀਆਂ ਨੇ, ਡੋਰ ਟੂ ਡੋਰ
ਰਿਸਟੋਰ ਕਰਨਾ ਹੈ ਜਾਂ ਭਾਈਚਾਰਕ ਸਾਂਝਾਂ ਨੂੰ ਬਣਾ ਕੇ ਰੱਖਣਾ ਹੈ। ਪਰ ਜੇ ਕਿਤੇ ਕਹੀਏ ਕਿ ਹਜੇ ਵੀ ਉਹ ਇੱਕ ਚਿਹਰੇ ਦੇ ਵਜੋਂ ਹਜੇ ਕਿਤੇ ਨਾ ਕਿਤੇ ਉਹ ਨਹੀਂ ਆ ਰਹੀਆਂ, ਤੇ ਜੋ ਸਾਡੇ ਨੌਜਵਾਨ ਜਿਹੜੇ ਪੜ੍ਹੀਆਂ ਨੇ ਔਰਤਾਂ ਜਾਂ ਲੜਕੀਆਂ ਪੜ੍ਹੀਆਂ ਨੇ, ਉਹਨਾਂ ਦਾ ਜ਼ਿਆਦਾ ਜਿਹੜਾ ਹੈ ਨੌਜਵਾਨਾਂ ਦਾ ਜਿਹੜਾ ਪੋਲੀਟਿਕਸ ਦੇ ਵਿੱਚ ਤੋਂ ਜਿਹੜਾ ਮੂੰਹ ਕਿਤੇ ਨਾ ਕਿਤੇ ਫਿਰ ਗਿਆ ਹੈ। ਕਿਤੇ ਸਾਡੀ ਰਾਜਨੀਤੀ ਦੇ ਤਕਾਜ਼ੇ ਇੰਨੇ ਗਿਰ ਗਏ ਨੇ, ਸਾਡੇ ਲੋਕਾਂ ਦੀ ਮਾਨਸਿਕਤਾ ਇੰਨੀ ਗਿਰ ਗਈ ਹੈ ਕਿ ਔਰਤਾਂ ਨੂੰ ਕਿਤੇ ਨਾ ਕਿਤੇ ਆਪਦੇ ਸੀਮਤ ਦਾਇਰੇ ਵਿੱਚ ਆਪਦੀ ਨਿੱਜੀ ਜ਼ਿੰਦਗੀ ਦੇ ਵਿੱਚ ਮੁੜਨਾ ਪੈ ਰਿਹਾ ਹੈ, ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਨੇ। ਤੇ ਹਾਂ, ਸ਼ਾਇਦ ਇਹਦੇ ਵਿੱਚ ਕਿਤੇ ਨਾ ਕਿਤੇ ਜ਼ਰੂਰਤ ਹੈ ਸਾਨੂੰ ਐਜੂਕੇਸ਼ਨ ਸਿਸਟਮ ਦੀ, ਸਾਡੇ ਮਿਊਜ਼ਿਕ ਸਿਸਟਮ ਦੀ, ਸਾਡੀ ਵੈਲਿਊਜ਼ ਨੂੰ ਹੈ ਜਿਹੜੀਆਂ ਉਹਨਾਂ ਦਾ ਥੋੜ੍ਹਾ ਮੁਕਾਮ ਤੇ ਥੋੜ੍ਹਾ ਉਹਨਾਂ ਦਾ ਮਿਆਰ ਉੱਚਾ ਕਰਨ ਦੀ, ਤਾਂ ਕਿ ਔਰਤਾਂ ਰਾਜਨੀਤੀ ਵਿੱਚ ਆਉਣ। ਆਮ ਤੌਰ ਤੇ ਹੁੰਦਾ ਇਹ ਹੈ ਹਰਵੀਰ ਕਿ ਹਰ ਇੱਕ ਚੀਜ਼ ਦੇ ਵਿੱਚ ਨਾ ਆਪਾਂ ਕਹਿ ਦਿੰਦੇ ਕਿ ਮਰਦ ਨੇ ਉਨਾ ਕ੍ਰੈਡਿਟ ਔਰਤ ਨੂੰ ਦਿੱਤਾ ਨਹੀਂ। ਮੈਂ ਹਮੇਸ਼ਾ ਗੱਲ ਕਰਦੀ ਹੁੰਦੀ ਆ ਵੀ ਜਿੰਨੇ ਵੀ ਸੰਘਰਸ਼ ਲੜੇ ਆ, ਔਰਤਾਂ ਨੇ ਮਾਨਸਿਕ ਤੌਰ ਦੇ ਨਾਲ ਨਾ ਸਰੀਰਕ ਤੌਰ ਤੇ ਬੜਾ ਕੁਝ ਸਿਆ। ਇਹ ਅਲੱਗ ਗੱਲ ਆ ਕਿ ਉਹਨਾਂ ਦਾ ਜ਼ਿਕਰ ਘੱਟ ਆਇਆ। ਕੀ ਲੱਗਦਾ ਕਿ ਇਸ ਵਕਤ ਜਦੋਂ ਅਸੀਂ ਇਸ ਸਮਾਜ ਦੇ ਵਿੱਚ ਪਹੁੰਚ ਚੁੱਕੇ ਹਾਂ, ਬੜਾ ਅਗਾਂਹ ਵਧੂ ਸਮਾਜ ਹੋ ਚੁੱਕਿਆ, ਔਰ ਹਰ ਇੱਕ ਪਲੇਟਫਾਰਮ ਤੇ ਅਸੀਂ ਆਪਣੀ ਵੈਲਿਊ ਜਿਹੜੀ ਆ ਦਰਜ ਕਰਵਾ ਪਾਈਆਂ ਕਿ ਸਾਡੀ ਆ ਕੀਮਤ ਹੈ, ਦੇਖੋ ਅਸੀਂ ਇੱਥੋਂ ਤੱਕ ਆ ਕਰ ਸਕਦੀਆਂ। ਕੀ ਲੱਗਦਾ ਜੇ ਔਰਤਾਂ ਨੂੰ ਆਪਣੇ ਤਰੀਕੇ ਨਾਲ ਕਿਸ ਤਰੀਕੇ ਦੀ ਲੜਾਈ ਲੜਨੀ ਬਾਕੀ ਹੈ ਕਿ ਜਿਹਦੇ ਨਾਲ ਹੋਰ ਜ਼ਿਆਦਾ ਸੋਹਣੇ ਤਰੀਕੇ ਨਾਲ ਉਹਨਾਂ ਨੂੰ ਐਟਲੀਸਟ ਰੈਕਗਨਾਈਜ਼ ਕੀਤਾ ਜਾਵੇ ਉਹਨਾਂ ਦੀ ਵੈਲਿਊ? ਮੈਂ ਇੱਥੇ ਇਹੀ ਕਹੂੰਗੀ ਕਿ ਪਹਿਲਾਂ ਕਰਨਾ ਪੈਂਦਾ ਹੈ, ਤੇ ਬਹੁਤ ਸਾਡੀਆਂ ਜਿਹੜੀਆਂ ਸੀ ਜੋ 2016 ਦੇ ਓਲੰਪਿਕਸ ਸੀ, ਤਾਂ ਸਿਰਫ 2 ਔਰਤਾਂ ਨੇ ਲੈ ਕੇ ਆਂਦਾ, ਬੇਟੀਆਂ ਨੇ ਲੈ ਕੇ ਆਂਦਾ ਓਲੰਪਿਕਸ ਦਾ ਮੈਡਲ। ਤੇ ਨਹੀਂ, ਸੌਖਾ ਨਹੀਂ ਹੁੰਦਾ, ਸਫਲਤਾ ਦੇ ਅਕਸਰ ਦਰਵਾਜ਼ੇ ਹੁੰਦੇ, ਤੇ ਔਰਤਾਂ ਦੇ ਲਈ ਤਾਂ ਜ਼ਿਆਦਾ ਸੰਘਰਸ਼ ਹੁੰਦਾ ਹੀ ਹੈ ਹਮੇਸ਼ਾ ਹੀ। ਤੇ ਇਹਦੇ ਵਿੱਚ ਇੱਕ ਗੱਲ ਇਹ ਵੀ ਹੈ ਕਿ ਜਦੋਂ ਅਸੀਂ ਲਿਬਰਟੀ ਦੀ ਗੱਲ ਕਰਦੇ ਹਾਂ, ਆਜ਼ਾਦੀ ਦੀ ਗੱਲ ਕਰਦੇ ਹਾਂ, ਕਿਤੇ ਨਾ ਕਿਤੇ ਉਹਨਾਂ ਕਨਸੈਪਟਸ ਦੇ ਵਿੱਚ ਵੀ ਔਰਤਾਂ ਨੂੰ ਕਿਤੇ ਨਾ ਕਿਤੇ ਐਕਸਪਲੋਇਟ ਕਰ ਦਿੱਤਾ ਜਾਂਦਾ ਹੈ ਨਾ। ਤੇ ਉਹਦੇ ਲਈ ਮੈਂ ਇਹੀ ਕਹੂੰਗੀ ਕਿ ਜੇ ਔਰਤਾਂ ਦੇ ਅੱਜ ਜਿਹੜੇ ਮਿਆਰ ਨੇ, ਅੱਜ ਸਾਡੀ ਅਸੀਂ ਮਾਡਰਨਿਟੀ ਦੇ ਡਿਵੈਲਪਮੈਂਟ ਦੇ ਜਿੰਨਾ ਲੈਵਲਸ ਵੱਲ ਵੱਧ ਰਹੇ ਹਾਂ, ਉੱਥੇ ਸਾਡਾ ਮਿਊਜ਼ਿਕ ਸਿਸਟਮ ਨੇ ਵੀ ਔਰਤਾਂ ਦੀ ਜੋ ਐਕਸਪਲਾਈਟੇਸ਼ਨ ਕੀਤੀ ਹੈ ਨਾ, ਉਹ ਵੀ ਕਿਤੇ ਨਾ ਕਿਤੇ ਨਜ਼ਰ ਅੰਦਾਜ਼ ਹੋ ਰਹੀ ਹੈ। ਕਿ ਲੋਕ ਜਦ ਵੀ ਮਿਊਜ਼ਿਕ ਦੀ ਗੱਲ ਹੁੰਦੀ ਹੈ, ਅਸੀਂ ਗੱਲ ਕਰ ਦਿੰਦੇ ਹਾਂ ਕਿ ਰੰਗ ਭੇਦ ਹੁੰਦਾ ਹੈ, ਜਾਤ ਦੇ ਡਿਸਕ੍ਰਿਮੀਨੇਸ਼ਨ ਹੁੰਦਾ ਹੈ, ਪਰ ਜਦ ਗੱਲ ਔਰਤਾਂ ਦੀ ਆਉਂਦੀ ਹੈ ਤਾਂ ਮਿਊਜ਼ਿਕ ਇੱਕ ਮਨੋਰੰਜਨ ਬਣ ਜਾਂਦਾ ਹੈ। ਜਿਹੜਾ ਕਾਨੂੰਨ ਹੁੰਦਾ ਹੈ ਉਹ ਦਿਲ ਤੇ ਤਾਂ ਹਕੂਮਤ ਨਹੀਂ ਕਰ ਸਕਦਾ, ਉਹ ਸਿਰਫ ਹੱਥਾਂ ਤੱਕ ਹਕੂਮਤ ਹੁੰਦੀ ਹੈ ਉਹਦੀ। ਤੇ ਇਸ ਲਈ ਜੇ ਅਸੀਂ ਮਤਲਬ ਕਿ ਜੋ ਵੈਲਿਊਜ਼ ਨੇ ਸਾਡੀਆਂ, ਜਾਂ ਕਿਸੇ ਦੇ ਪ੍ਰਤੀ ਨਜ਼ਰੀਆ, ਔਰਤਾਂ ਦੇ ਪ੍ਰਤੀ ਨਜ਼ਰੀਆ ਹੈ, ਇਹ ਸਾਡੀਆਂ ਵੈਲਿਊਜ਼ ਨੇ, ਸਾਡੇ ਮਾਈਂਡ ਤੇ ਜਾਂਦੀਆਂ ਨੇ। ਜੇ ਕੋਈ ਕਾਨੂੰਨ 100 ਬਣਾ ਵੀ ਦੇਵੇ, ਤੇ ਜੇ ਸਾਡੇ ਜੋ ਮਿਊਜ਼ਿਕ ਹੈ, ਜੋ ਸਾਡਾ ਰਿਲੀਜਨ ਹੈ, ਉਹ ਸਾਡੇ ਮਾਈਂਡ ਨੂੰ ਕੰਟਰੋਲ ਕਰਦੇ ਨੇ। ਸਾਈਕੋਲੋਜੀ ਤੁਸੀਂ ਕਹਿ ਸਕਦੇ ਹੋ, ਜੇ ਰਿਲੀਜਨ ਨਹੀਂ ਮੰਨਣਾ ਤੁਸੀਂ ਸਾਈਕੋਲੋਜੀ ਮੰਨ ਸਕਦੇ ਹੋ। ਤਾਂ ਇਸ ਲਈ ਸਾਨੂੰ ਮਿਊਜ਼ਿਕ ਦੇ ਉੱਤੇ ਕਿਤੇ ਨਾ ਕਿਤੇ ਜ਼ਰੂਰਤ ਹੈ ਵੀ ਉਹਨੂੰ ਅਸੀਂ ਰਿਵਿਊ ਕਰੀਏ, ਲੋਕਾਂ ਦਾ ਨਜ਼ਰੀਆ ਬਦਲਿਆ ਜਾਵੇ। ਨਜ਼ਰੀਆ ਪਹਿਲਾਂ ਠੀਕ ਸੀ, ਹੁਣ ਉਹਦਾ ਗ੍ਰਾਫ ਹੋਰ ਵੀ ਜ਼ਿਆਦਾ ਡਿੱਗਿਆ ਹੈ ਔਰਤਾਂ ਦੇ ਪ੍ਰਤੀ। ਬਾਕੀ ਨਰਿੰਦਰ ਕਪੂਰ ਸਿੰਘ ਦੀ ਮੈਨੂੰ ਗੱਲ ਅੱਜ ਯਾਦ ਆ ਰਹੀ ਹੈ ਕਿ ਉਹ ਕੌਮਾਂ ਜਿਨ੍ਹਾਂ ਨੇ ਔਰਤਾਂ ਦੀ ਇੱਜ਼ਤ ਕਰਨਾ ਨਹੀਂ ਸਿੱਖਿਆ, ਨਾ ਉਹਨਾਂ ਨੇ ਪਾਸਟ ਦੇ ਵਿੱਚ ਵਿਕਾਸ ਕੀਤਾ ਹੈ, ਤੇ ਨਾ ਉਹ ਕਦੇ ਭਵਿੱਖ ਵਿੱਚ ਵਿਕਾਸ ਕਰਨਗੀਆਂ। ਹਾਂਜੀ, ਅਸੀਂ ਸਮਾਜ ਦੇ ਨਜ਼ਰੀਏ ਦੀ ਗੱਲ ਕਰ ਰਹੇ ਹਾਂ ਹਰਵੀਰ। ਅਸੀਂ ਦੋਨੋਂ ਪੰਜਾਬੀ ਕੁੜੀਆਂ ਹੈਗੀਆਂ ਹਨਾ, ਪੰਜਾਬੀ ਸੱਭਿਆਚਾਰ ਦੇ ਨਾਲ ਜੁੜੀਆਂ, ਵਿਚਰੀਆਂ, ਪਲੀਆਂ ਉਸ ਘਰ ਦੇ ਵਿੱਚ। ਮੈਂ ਤੁਹਾਨੂੰ ਦੇਖਿਆ ਕਿ ਤੁਸੀਂ ਸਾਰਾ ਕੰਮ ਕਰਦੇ ਫਿਰਦੇ ਆ, ਚਾਹ ਵੀ ਬਣਾਉਂਦੇ ਫਿਰਦੇ ਆ, ਤੇ ਤਵੀ ਤੇ ਰੋਟੀਆਂ ਲਾਉਣੀਆਂ ਸਾਡੇ ਘਰਾਂ ਦੇ ਵਿੱਚ ਆਮ ਅਸੀਂ ਲਾਉਨੇ ਆ। ਪਰ ਜਦੋਂ ਸਾਨੂੰ ਇਦਾਂ ਜੀਨ ਔਰ ਬਲੇਜ਼ਰਾਂ ਦੇ ਵਿੱਚ ਦੇਖ ਲੈਂਦੇ ਆ, ਤੇ ਲੋਕਾਂ ਨੂੰ ਇਹ ਲੱਗਦਾ ਵੀ ਪਤਾ ਨਹੀਂ ਇਹ ਕੁੜੀਆਂ ਨੇ ਕਦੇ ਚੁੱਲ੍ਹੇ ਦਾ ਨਾਮ ਵੀ ਸੁਣਿਆ ਹੋਊਗਾ ਕਿ ਨਹੀਂ। ਤਵੀ ਤੇ ਰੋਟੀਆਂ ਲਾਉਣੀਆਂ, ਪਾਥੀਆਂ ਪੱਥਣੀਆਂ, ਘੀਰੇ ਲਾਉਣੇ, ਬੜਾ ਕੁਝ, ਸਾਗ ਬਣਾਉਣਾ। ਆਮ ਤੌਰ ਤੇ ਪਹਿਲਾਂ ਇਹਨਾਂ ਚੀਜ਼ਾਂ ਨਾਲ ਅੰਕਿਆ ਜਾਂਦਾ ਸੀ ਨਾ, ਵੀ ਕੁੜੀ ਨੂੰ ਦਰੀਆਂ ਬੁਣਨੀਆਂ ਆਉਂਦੀਆਂ, ਖੇਸ ਬੁਣਨੇ ਆਉਂਦੇ ਆ, ਤਵੀ ਤੇ ਰੋਟੀਆਂ ਲਾਉਣੀਆਂ ਆਉਂਦੀਆਂ, ਸਾਰੀਆਂ ਚੀਜ਼ਾਂ ਨਾਲ। ਕੀ ਲੱਗਦਾ ਕਿ ਪਹਿਰਾਵਾ ਔਰਤ ਦਾ ਨਿੱਜੀ ਡਿਸੀਜਨ ਹੋਣਾ ਚਾਹੀਦਾ, ਜਾਂ ਫਿਰ ਸਮਾਜ ਜਿਹੜਾ ਇਸ ਤੋਂ ਅੰਦਾਜ਼ਾ ਲਾਉਂਦਾ ਵੀ ਕੋਈ ਔਰਤ ਇਦਾਂ ਦੀ ਆ ਕਿਉਂਕਿ ਉਹ ਕੱਪੜੇ ਇਦਾਂ ਦੇ ਪਹਿਨਦੀ ਆ? ਇਹ ਸਹੀ ਆ ਜਾਂ ਗਲਤ ਹੈ ਤੁਹਾਡੀ? ਪਹਿਲੀ ਗੱਲ ਤੁਸੀਂ ਕੰਮ ਦੀ ਗੱਲ ਕੀਤੀ। ਮੇਰੇ ਦਾਦੀ ਜੀ ਕਹਿੰਦੇ ਸੀ ਕਿ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਨੇ, ਤੇ ਕੰਮ ਤੋਂ ਤਾਂ ਕਦੇ ਸ਼ਰਮ ਮੰਨਣੀ ਨਹੀਂ ਚਾਹੀਦੀ। ਬਾਕੀ ਰਹੀ ਗੱਲ ਪਹਿਰਾਵੇ ਦੀ, ਤਾਂ ਇਹ ਸਿਰਫ ਔਰਤਾਂ ਲਈ ਨਹੀਂ, ਪਹਿਰਾਵਾ ਤੁਹਾਡੀ ਪਰਸਨੈਲਿਟੀ ਨੂੰ ਦਰਸਾਉਂਦਾ ਕਿ ਤੁਹਾਡੀ ਕਿਸ ਤਰ੍ਹਾਂ ਦੀ ਪਰਸਨੈਲਿਟੀ ਹੁੰਦੀ ਹੈ। ਤੇ ਬਾਕੀ ਇਹਨਾਂ ਟੌਪਿਕਾਂ ਦੇ ਉੱਤੇ ਮੈਂ ਜ਼ਿਆਦਾ ਹਜੇ ਨਹੀਂ ਬੋਲਦੀ। ਮੈਨੂੰ ਲੱਗਦਾ ਕਿ ਇਹਨਾਂ ਤੋਂ ਜ਼ਿਆਦਾ ਵੀ ਕਿਤੇ ਇੰਪੋਰਟੈਂਟ ਟੌਪਿਕ ਸਾਡੇ ਲਈ ਹੈਗੇ ਨੇ। ਸਾਡੇ ਨੌਜਵਾਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਅੱਛਾ ਪਹਿਰਾਵੇ ਦੇ ਉੱਤੇ ਬੋਲੋ, ਸਿਰ ਤੇ ਚੁੰਨੀ ਲੈਣੀ ਹੈ ਜਾਂ ਪੱਗ ਲੈਣੀ ਹੈ ਨਾ, ਫਿਰ ਆਖਣਗੇ ਤੁਸੀਂ ਆਜ਼ਾਦ ਹੈ, ਇਹਨਾਂ ਦੇ ਉੱਤੇ ਕੁਛ ਵੀ ਬੋਲੋ ਹਨਾ। ਮੁੱਦੇ ਸਾਨੂੰ ਚੁਣ ਕੇ ਦੇ ਦਿੰਦੇ ਨੇ, ਪਰ ਮੇਰੇ ਖਿਆਲ ਨਾਲ ਸਾਡੀ ਲਿਬਰਟੀ ਸਾਡੇ ਮੁੱਦੇ ਖੁਦ ਚੁਣਦੀ ਵੀ ਹੋਵੇ ਕਿ ਅਸੀਂ ਕਿਹੜੇ ਮੁੱਦਿਆਂ ਦੇ ਉੱਤੇ ਗੱਲ ਕਰਨੀ ਹੈ। ਪਰ ਮੇਰੇ ਲਈ ਇਸ ਤੋਂ ਜ਼ਿਆਦਾ ਹਜੇ ਜ਼ਰੂਰੀ ਹੈ ਕਿ ਜਿਵੇਂ ਔਰਤਾਂ ਦੇ ਪ੍ਰਤੀ, ਜਿਵੇਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਜਿਵੇਂ ਨਿਗਾਰ ਹੁੰਦਾ ਹੈ, ਐਂਟਰਟੇਨਮੈਂਟ ਦੇ ਨਾਂ ਦੇ ਉੱਤੇ ਉਹਨਾਂ ਦੀ ਐਕਸਪਲਾਈਟੇਸ਼ਨ ਹੁੰਦੀ ਹੈ, ਜਾਂ ਸਾਡੀ ਜੋ ਪੋਵਰਟੀ ਹੈ ਉਹਨੂੰ ਖਤਮ ਕਰਨ ਦੀ ਬਜਾਏ ਉਹਨੂੰ ਹੋਰ ਵਧਾਇਆ ਜਾਂਦਾ ਹੈ। ਜ਼ਿਆਦਾ ਵੈਲਫੇਅਰ ਦਾ ਜਿਹੜਾ ਕੰਮ ਕਰਕੇ ਲੋਕਾਂ ਦੀ ਜ਼ਮੀਰ ਨੂੰ ਮਾਰਿਆ ਜਾ ਰਿਹਾ, ਸੋਸ਼ਲ ਵੈਲਿਊਜ਼ ਨੂੰ ਘਟਾਇਆ ਜਾ ਰਿਹਾ ਹੈ, ਤੇ ਡਿਵੈਲਪਮੈਂਟ
ਦੇ ਖੁਆਬ ਦਿਖਾ ਕੇ ਜ਼ਿਆਦਾ ਅਨਇੰਪਲੋਇਮੈਂਟ ਜਿਹੜੀ ਕ੍ਰੀਏਟ ਕੀਤੀ ਜਾ ਰਹੀ ਹੈ, ਮੇਰੇ ਲਈ ਸ਼ਾਇਦ ਉਹ ਜ਼ਿਆਦਾ ਮੈਂ ਉਹਨਾਂ ਤੇ ਅਹਿਮੀਅਤ ਦਊਂਗੀ। ਇੱਕ ਹੁੰਦੀਆਂ ਨੇ ਇਕਨੋਮਿਕ ਪ੍ਰੋਬਲਮਸ ਹੁੰਦੀਆਂ ਨੇ, ਤੁਹਾਡੇ ਇੱਕ ਟਾਈਮ ਦੇ ਉੱਤੇ ਤੁਸੀਂ ਕੁਝ ਪ੍ਰੋਬਲਮਸ ਹੱਲ ਕਰ ਸਕਦੇ ਹੋ। ਇਹ ਤੁਸੀਂ ਵੇਖਣਾ ਕਿ ਕਿਹੜੀਆਂ ਪ੍ਰੋਬਲਮਸ ਪਹਿਲਾਂ ਹੱਲ ਕਰਨੀਆਂ ਨੇ, ਕਿਹੜੀਆਂ ਬਾਅਦ ਚੋਂ। ਡੈਫੀਨੇਟਲੀ ਇੱਕ ਪ੍ਰੋਬਲਮਸ ਹੈ, ਪਰ ਮੇਰੇ ਖਿਆਲ ਨਾਲ ਇਸ ਤੋਂ ਜ਼ਿਆਦਾ ਜ਼ਰੂਰੀ ਮੇਰਾ ਹੋਰ ਹੈ ਜੋ ਮੈਂ ਗਿਣਾਇਆ। ਮੈਂ ਇਸੇ ਚੀਜ਼ ਤੇ ਹੀ ਆਉਣਾ ਸੀ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਤੁਹਾਨੂੰ ਲੱਗਦਾ ਹੈ ਸਾਡੇ ਨੌਜਵਾਨ ਬਹੁਤ ਸਵਾਲ ਚੁੱਕਦੇ ਵੀ ਆ, ਖਾਸ ਤੌਰ ਤੇ ਜੇ ਅਸੀਂ ਕਿਸਾਨੀ ਮੋਰਚੇ ਦੀ ਗੱਲ ਕਰ ਲਈਏ। ਕਿਸਾਨੀ ਮੋਰਚੇ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਬਜ਼ੁਰਗਾਂ ਨੇ ਸ਼ੁਰੂਆਤ ਕੀਤੀ ਔਰ ਨੌਜਵਾਨਾਂ ਨੇ ਜਿਸ ਖੂਬਸੂਰਤੀ ਦੇ ਨਾਲ ਸਾਥ ਦਿੱਤਾ, ਉਹ ਤੋਂ ਕਲੀਅਰ ਹੋ ਗਿਆ ਕਿ ਸਾਨੂੰ ਆਪਣੇ ਹੱਕਾਂ ਦੀ ਸਮਝ ਹੈ, ਸਾਨੂੰ ਪਤਾ ਹੈ ਕਿ ਮੌਕਾ ਆਉਣ ਤੇ ਕਿਵੇਂ ਖੜਨਾ। ਪਰ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਤੁਹਾਨੂੰ ਲੱਗਦਾ ਹੈ ਕਿ ਸਿਸਟਮ ਕਿਤੇ ਨਾ ਕਿਤੇ ਨੌਜਵਾਨੀ ਨੂੰ ਇਸ ਤਰ੍ਹਾਂ ਬੋਡਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹਨਾਂ ਦੇ ਅੰਦਰ ਸਵਾਲ ਉਪਜਣ ਹੀ ਨਾ। ਖਾਸ ਤੌਰ ਤੇ ਅਸੀਂ ਸਕੂਲਾਂ ਦਾ ਦੇਖ ਲਈਏ, ਹੁਣ ਮਾਪੇ ਕਿਤੇ ਨਾ ਕਿਤੇ ਸੰਘਰਸ਼ ਕਰ ਰਹੇ ਆ ਵੀ ਫੀਸਾਂ ਭਰਵਾ ਲੀਆਂ, ਸਕੂਲ ਖੋਲ ਦੋ ਕਿਰਪਾ ਕਰਕੇ। ਜੇ ਰੈਲੀਆਂ ਹੋ ਰਹੀਆਂ ਤੇ ਸਕੂਲ ਖੁੱਲ ਕਿਉਂ ਨਹੀਂ ਰਹੇ? ਤੁਹਾਨੂੰ ਨਹੀਂ ਲੱਗਦਾ ਕਿ ਇਹ ਸਾਰੀ ਕਿਤੇ ਨਾ ਕਿਤੇ ਸੋਚੀ ਸਮਝੀ ਰਣਨੀਤੀ ਹੋਈ ਆ ਕਿ ਜਿਸ ਤਰ੍ਹਾਂ ਤੁਸੀਂ ਸਵਾਲ ਕਰ ਰਹੇ ਆ, ਤੁਸੀਂ ਕਿਹਾ ਕਿ ਮੈਂ ਇਹ ਚੀਜ਼ਾਂ 'ਚ ਨਹੀਂ ਉਲਝਣਾ ਚਾਹੁੰਦੀ, ਮੈਂ ਆਹ ਚੀਜ਼ਾਂ ਤੇ ਗੱਲ ਕਰਨਾ ਚਾਹੁੰਦੀ ਆ, ਸਾਰੇ ਨੌਜਵਾਨ ਇਦਾਂ ਕਰ ਸਕਣ ਦੇ ਸਮਰੱਥ ਹੈਗੇ? ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਪਹਿਲਾਂ ਹੀ ਬੋਡਾ ਕੀਤਾ ਜਾ ਰਿਹਾ ਹੈ? ਡੈਫੀਨੇਟਲੀ ਜੋ ਤੁਸੀਂ ਗੱਲ ਕਹੀ ਕਿ ਬੋਡਾ ਕੀਤਾ ਜਾ ਰਿਹਾ, ਸਾਡੇ ਐਜੂਕੇਸ਼ਨ ਸਿਸਟਮ ਨੇ ਨਾ ਸਾਡੇ ਜੋ ਨੌਜਵਾਨ ਆ ਉਹਨਾਂ ਦੇ ਬ੍ਰੇਨ ਨੂੰ ਬਲੌਕ ਕੀਤਾ ਹੈ, ਸੋਚਣ ਦੀ ਸ਼ਕਤੀ ਨਹੀਂ ਹੈ ਦਿੱਤੀ। ਸਾਡੇ ਜਿੰਨਾ ਇਨਕਮ ਪੰਜਾਬ ਦੀ ਵਧੀ, ਇਨਕਮ ਵਧਦੀ ਹੈ ਤਾਂ ਤੁਹਾਡੀ ਡਿਮਾਂਡ ਵਧਦੀ ਹੈ, ਬਿਹਤਰ ਸਹੂਲਤਾਂ ਦੀ ਤੁਸੀਂ ਮੰਗ ਕਰਦੇ ਹੋ। ਤੇ ਸਾਡੇ ਪੇਰੈਂਟਸ ਸੀ ਪੁਰਾਣੇ, ਉਹਨਾਂ ਸਕੂਲ ਉਹ ਨਹੀਂ ਗਏ, ਅੱਤਵਾਦ ਦਾ ਦੌਰ ਰਿਹਾ, ਉਸ ਤੋਂ ਪਹਿਲਾਂ ਵੀ ਪੰਜਾਬ ਦੇ ਕਾਲਾ ਵਕਤ ਰਿਹਾ, ਨਹੀਂ ਸਕੂਲਾਂ ਵਿੱਚ ਗਏ, ਉਹਨਾਂ ਨੂੰ ਨਹੀਂ ਪਤਾ ਕਿ ਸਕੂਲ ਕੀ ਨੇ, ਪੜ੍ਹਾਈ ਦੇ ਕਿਸ ਤਰ੍ਹਾਂ ਦੇ ਤਕਾਜ਼ੇ ਨੇ, ਤੇ ਉਹਨਾਂ ਨੇ ਆਪਦੇ ਬੱਚਿਆਂ ਨੂੰ ਬਿਹਤਰ ਸਹੂਲਤਾਂ ਦੇਣੀਆਂ ਚਾਹੀਆਂ। ਪਰ ਸਮੇਂ ਦੇ ਹਾਕਮਾਂ ਨੇ ਸਰਕਾਰੀ ਸਕੂਲਾਂ ਦੇ ਉੱਤੇ ਉਹਨਾਂ ਖਰਚਾ ਨਹੀਂ ਕੀਤਾ ਤੇ ਉਹਦੇ ਨਾਲ ਪ੍ਰਾਈਵੇਟ ਸਕੂਲਾਂ ਵੱਲ ਗਏ। ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਨਵੈਂਟ ਪ੍ਰਾਈਵੇਟਾਈਜੇਸ਼ਨ ਸੀ, ਉੱਥੇ ਟੀਚਰਸ ਦੀ ਗਾਂ ਐਕਸਪਲੋਇਟੇਸ਼ਨ ਹੁੰਦੀ ਹੈ, ਤੇ ਜੋ ਪਿੰਡਾਂ ਦੇ ਬੱਚੇ ਹੀ ਜਾਂਦੇ ਨੇ ਤਾਂ ਬੈਕ ਬੈਂਚ ਤੇ ਬੈਠ ਕੇ ਮੁੜ ਆਉਂਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਥਰੂ ਮਿਊਜ਼ਿਕ ਐਂਟਰਟੇਨਮੈਂਟ ਦੇ ਉੱਤੇ ਮੈਂ ਹਮੇਸ਼ਾ ਹੀ ਗੱਲ ਕਰਦੀ ਹਾਂ, ਉਹਨਾਂ ਨੇ ਵੀ ਕਿਤੇ ਕਰ ਦਿੱਤਾ ਹੈ ਕਿ ਸ਼ਾਇਦ ਫੈਸ਼ਨ ਆਰਾਮ ਦੀ ਜ਼ਿੰਦਗੀ ਹੈ ਕਿ ਤੁਸੀਂ ਬੁਲਟ ਤੇ ਚਲੇ ਜਾਓ, ਪਿੱਛੇ ਬੈਠੋ। ਉਹ ਕੁਐਸਚਨ ਜੇ ਕਰਦੇ ਨੇ ਤਾਂ ਟੀਚਰ ਝਿੜਕ ਕੇ ਬਿਠਾ ਦਿੰਦੇ ਨੇ, ਤੇ ਉਹ ਸਾਨੂੰ ਲੱਗਦਾ ਕਿ ਸ਼ਾਇਦ ਅਸੀਂ ਨੌਕਰੀ ਦੇ ਲਈ ਪੜ੍ਹਨਾ ਹੈ ਤਾਂ ਅਸੀਂ ਇੱਕ ਨੌਕਰੀ ਦੇ ਲਈ ਪੜ੍ਹਨਾ ਹੈ। ਇਹਨੇ ਕਿਤੇ ਨਾ ਕਿਤੇ, ਮੈਂ ਪੂਰਾ ਐਕਸਪਲੇਨ ਨਹੀਂ ਕਰ ਸਕਦੀ, ਪ੍ਰੋਸੈਸ ਟਾਈਮ ਦੀ ਲਿਮਿਟ ਹੈ, ਤੇ ਪਰ ਇਹ ਸਾਰੀ ਜਿਹੜੀ ਚੀਜ਼ ਨੇ ਨਾ, ਪ੍ਰੋਸੈਸ ਨੇ, ਪ੍ਰਾਈਵੇਟਾਈਜੇਸ਼ਨ ਹੋਈ, ਇਹਨੇ ਸਾਡੇ ਪ੍ਰਾਈਵੇਟ ਕੰਪਨੀਆਂ ਵਾਸਤੇ ਇੱਕ ਸਸਤੀ ਲੇਬਰ ਪ੍ਰੋਵਾਈਡ ਕਰਤੀ। ਇਸ ਤੋਂ ਜ਼ਿਆਦਾ ਸਾਡੇ ਨੌਜਵਾਨਾਂ ਨੂੰ ਇਹ ਕੁਛ ਨਹੀਂ ਬਣਾ ਪਾਏ। ਸਾਡੇ ਜੋ ਜ਼ਿਆਦਾ ਕਨਵੈਂਟ ਸਕੂਲਾਂ 'ਚ ਚਲੇ ਗਏ ਬੱਚੇ, ਅਲੱਗ-ਅਲੱਗ ਸਕੂਲਾਂ 'ਚ ਜਾਂਦੇ ਨੇ, ਇੱਕ ਪਿੰਡ 'ਚੋਂ ਹਜ਼ਾਰਾਂ ਬੱਸਾਂ ਜਾਂਦੀਆਂ ਨੇ, ਬੱਚੇ ਅੱਡ-ਅੱਡ ਪੜ੍ਹਨ ਜਾਂਦੇ ਨੇ। ਇਹਦੇ ਨਾਲ ਪਿੰਡਾਂ ਦਾ ਭਾਈਚਾਰਾ ਵੀ ਖਤਮ ਹੋਇਆ ਹੈ, ਤੇ ਇਹਦੇ ਨਾਲ ਜੋ ਹੈ ਨਾ ਕਿ ਇੱਕ ਕਾਸਟ ਦੇ ਵਿੱਚ ਜ਼ਿਆਦਾ ਤਕਰਾਰ ਵੀ ਵਧੀ ਹੈ। ਕਿਉਂਕਿ ਮੇਰੇ ਫਾਦਰ ਸਾਹਿਬ ਦੱਸਦੇ ਸੀ ਕਿ ਜਦੋਂ ਆਉਂਦੇ ਸੀ ਤਾਂ ਬੜੇ ਉਹਨਾਂ ਦੇ ਜਾਣ ਪਛਾਣ ਦੇ ਲੋਕ ਨੇ, ਭਾਵੇਂ ਅਸੀਂ ਗਰੀਬ ਕਹਦੀਏ ਪਰ ਬੜੇ ਦਿਲ ਦੇ ਅਮੀਰ ਲੋਕ ਨੇ, ਉਹ ਉੱਦਾਂ ਹੀ ਵਰਤਦੇ ਨੇ, ਕੋਈ ਜਾਤ ਪਾਤ ਦਾ ਨਹੀਂ ਹੈ। ਪਤਾ ਨਹੀਂ ਫਿਲਾਸਫੀ ਦੀ ਦੁਨੀਆ ਦੇ ਵਿੱਚ ਸ਼ਾਇਦ ਹੋਵੇ ਵੱਡੀ ਤਕਰਾਰ। ਤੇ ਪਰ ਅੱਜ ਜੇ ਗੱਲ ਕਰੀਏ ਤਾਂ ਜੇ ਇੱਕ ਪੜੋਸੀ ਦਾ ਬੱਚਾ ਵੀ ਪੜੋਸੀ ਨੂੰ ਨਹੀਂ ਜਾਣਦਾ, ਉਹਨੇ ਦਿਲ ਦੀਆਂ ਸਾਂਝਾਂ ਨਹੀਂ ਹੈਗੀਆਂ। ਤੇ ਬਚਪਨ ਦੇ ਬਾਰੇ ਤਾਂ ਮੈਂ ਇਹੀ ਕਹੂੰਗੀ ਕਿ ਜ਼ਿਆਦਾ ਟਿਊਸ਼ਨਸ ਦੇ ਉੱਤੇ ਧਿਆਨ ਦਿੱਤਾ ਜਾਂਦਾ ਹੈ ਨਾ, ਕਿਉਂਕਿ ਬੱਚੇ ਸਕੂਲ ਤੋਂ ਬਾਅਦ ਉਹਨਾਂ ਨੂੰ ਹੁੰਦਾ ਕਿ ਹੁਣ ਬੱਚੇ ਕੀ ਕਰਨ। ਇੱਕ ਸਪੋਰਟਸ ਦੇ ਇੱਕ ਅਲਟਰਨੇਟਿਵ ਹੁੰਦਾ ਹੈ, ਇੱਕ ਮਨੋਰੰਜਨ ਦਾ ਵੀ ਇੱਕ ਚੰਗਾ ਮਿਆਰ ਬਣਦਾ ਹੈ ਤੁਹਾਡਾ, ਤੇ ਪਰ ਸਪੋਰਟਸ ਨੂੰ ਮਹਿਜ਼ ਇੱਕ ਟਾਈਮ ਵੇਸਟ ਵਜੋਂ ਅਸੀਂ ਗਿਣ ਲਿਆ ਹੈ। ਕਿ ਅੱਜ ਕੱਲ ਦੇ ਮਾਪਿਆਂ ਨੂੰ ਜੌਬਸ ਤੋਂ, ਸਟ੍ਰੈਸ ਤੋਂ, ਘਰ ਦੇ ਕੰਮਾਂ ਤੋਂ, ਟੀਵੀਆਂ ਤੋਂ, ਟੀਵੀ ਦੇ ਜਿਹੜੇ ਉਹ ਸਾਸ ਕਭੀ ਬਹੂ ਥੀ ਇਹ ਉਹ ਵਾਲੇ ਨਾਟਕਾਂ ਤੋਂ ਵੇਲ ਹੀ ਨਹੀਂ ਮਿਲਦੀ। ਉਹਨਾਂ ਨੂੰ ਲੱਗਦਾ ਕਿ ਬੱਚਾ ਜਾਂ ਤਾਂ ਮੋਬਾਈਲ ਫੜ ਕੇ ਬੈਠ ਜਾਵੇ, ਕੰਪਿਊਟਰ ਦੇ ਸਾਹਮਣੇ ਬੈਠ ਜਾਵੇ, ਜਾਂ ਫਿਰ ਇਦਾਂ। ਤੁਹਾਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਵਾਕਈ ਹੈ ਕਿ ਗਰਾਊਂਡ ਤੱਕ ਲੈ ਕੇ ਜਾਣ ਦੀ ਦਿਲਚਸਪੀ ਨਾ ਤਾਂ ਟੀਚਰਾਂ ਦੀ ਹੈ ਨਾ ਮਾਪਿਆਂ ਦੀ ਹੋਈ ਹੈ? ਯੈਸ, ਜਿਹੜੇ ਟੀਚਰ ਬਣਦੇ ਕਾਬਿਲ ਨੇ ਅਸਲ 'ਚ ਉਹ ਤਾਂ ਬਾਹਰਲੇ ਦੇਸ਼ਾਂ 'ਚ ਚਲੇ ਜਾਂਦੇ ਨੇ ਨਾ, ਤੇ ਟੀਚਰਸ ਦੀ ਐਕਸਪਲਾਈਟੇਸ਼ਨ ਹੁੰਦੀ ਹੈ ਸਾਈਕੋਲੋਜੀਕਲ ਲੈਵਲ ਦੇ ਉੱਤੇ, ਭਾਵੇਂ ਗੌਰਮੈਂਟ ਹੋਣ ਜਾਂ ਪ੍ਰਾਈਵੇਟ ਸਕੂਲਸ ਦੇ ਵਿੱਚ ਹੋਣ, ਉਹਨਾਂ ਦਾ ਤਾਂ ਕਿਤੇ ਨਾ ਕਿਤੇ ਮਾਈਂਡ ਹੁੰਦਾ ਹੀ ਹੈ। ਤੇ ਇਸ ਤੋਂ ਇਲਾਵਾ ਜੋ ਪੇਰੈਂਟਸ ਨੇ ਨਾ, ਇੱਕ ਕਲੈਕਟਿਵ ਕੌਨਸ਼ੀਅਸਨੈਸ ਦਾ ਕੰਸੈਪਟ ਹੁੰਦਾ ਸੋਸ਼ੀਓਲੋਜੀ ਦੇ ਵਿੱਚ, ਕਿ ਜਿਸ ਤਰ੍ਹਾਂ ਦਾ ਸਮਾਜ ਹੈ ਬਸ ਸਾਰੇ ਜੇ ਮੱਥਾ ਟੇਕ ਰਹੇ ਨੇ ਤਾਂ ਬਸ ਤੁਸੀਂ ਵੀ ਟੇਕ ਰਹੇ ਹੋ, ਕੋਈ ਖੁਦ ਸਵਾਲ ਨਹੀਂ ਹੁੰਦਾ ਨਾ। ਤੇ ਇਸੇ ਤਰ੍ਹਾਂ ਜਿਵੇਂ 10th ਤੋਂ ਬਾਅਦ +1 +2 ਦੇ ਵਿੱਚ ਨਾਨ ਮੈਡੀਕਲ ਦਾ ਬਹੁਤ ਟ੍ਰੈਂਡ ਸੀਗਾ, ਹਨਾ। ਯੈਸ, ਕਿ ਨਾਨ ਮੈਡੀਕਲ ਕਰਨੀ ਆ, ਜਾਂ ਹੁਣ ਬੱਚਿਆਂ ਨੇ 2nd ਕਲਾਸ ਦਾ ਵੀ ਤੁਹਾਨੂੰ ਟਿਊਸ਼ਨ ਲਗਾਉਣਾ ਹੈ। ਤੇ ਇਹ ਟ੍ਰੈਂਡ ਆਪਦੇ ਆਪ ਦੀ ਜੇ ਕਿਤੇ ਅੰਦਰੋਂ ਸੋਚ ਹੁੰਦੀ ਹੈ ਨਾ ਕਿ ਮੈਂ ਕੀ ਬਣਨਾ, ਹਰ ਬੰਦੇ ਨੂੰ ਇੱਕ ਕਾਬਲੀਅਤ ਪਰਮਾਤਮਾ ਨੇ ਬਖਸ਼ੀ ਹੁੰਦੀ ਹੈ, ਤੇ ਉਹ ਕਾਬਲੀਅਤ ਨੂੰ ਮੇਰੇ ਖਿਆਲ 'ਚ ਮੌਕਾ ਦੇਣਾ ਚਾਹੀਦਾ ਹੈ। ਬਾਕੀ ਮੈਂ ਇਹੀ ਕਹੂੰਗੀ ਕਿ ਕਾਬਲੀਅਤ ਲੱਭਣ 'ਚ ਅੱਜ ਕੱਲ ਦੇ ਟੀਚਰ ਤੇ ਪੇਰੈਂਟਸ ਦੋਨੋਂ ਹੀ ਫੇਲ ਹੁੰਦੇ ਆ ਕਿਤੇ ਨਾ ਕਿਤੇ।
ਟੀਚਰਸ ਤੇ ਪੇਰੈਂਟਸ ਤਾਂ ਫੇਲ ਹੈ ਹੀ ਹੈ। ਇਹਦੇ ਲਈ ਮੇਰੇ ਖਿਆਲ ਨਾਲ ਪੂਰਾ ਐਜੂਕੇਸ਼ਨ ਸਿਸਟਮ ਹੈ ਜਿਹੜਾ ਉਹ ਪੂਰਾ ਫਲॉप ਹੀ ਕਰ ਰਿਹਾ ਇਸ ਚੀਜ਼ ਨੂੰ। ਇਸ ਦੇ ਵਿੱਚ ਇਕੱਲੇ ਟੀਚਰ ਇੱਕ ਪਾਰਟ ਹੈ, ਇੱਕ ਜ਼ਰੀਆ ਹੈ, ਤੇ ਪੇਰੈਂਟਸ ਇੱਕ ਜ਼ਰੀਆ ਹੁੰਦੇ ਨੇ, ਪਰ ਜੋ ਸਾਡਾ ਪੂਰੀ ਹੋਲ ਐਜੂਕੇਸ਼ਨ ਸਿਸਟਮ ਦਾ ਕੋਈ ਜਿਹੜਾ ਗੋਲ ਹੈ ਸਿਰਫ ਜੌਬਸ ਨੇ, ਇਸ ਤੋਂ ਇਲਾਵਾ ਕੁਝ ਵੀ ਨਹੀਂ ਹੈ। ਤੇ ਹੋਲ ਐਜੂਕੇਸ਼ਨ ਸਿਸਟਮ ਤੇ ਸਾਡੀ ਹੋਰ ਪੋਲੀਟਿਕਸ ਤੇ ਜੋ ਇੱਕ ਏਸੀ ਦੇ ਰੂਮ ਵਿੱਚ ਬੈਠ ਕੇ ਬਣਾਉਂਦੇ ਨੇ, ਮੈਂ ਇਹਨੂੰ ਕਨਸਪੀਰੇਸੀ ਕਵਾਂ, ਸਾਜ਼ਿਸ਼ ਕਵਾਂ, ਜਾਂ ਮੈਂ ਕਵਾਂ ਕਿ ਵੀ ਬੇਵਕੂਫੀ ਹੈ ਜਾਂ ਉਹਨਾਂ ਦੀ ਇਗਨੋਰੈਂਸ ਹੈ, ਕੀ ਕਿਹਾ जा सकता है इन्हों। तो बाकी मैं पेरेंट्स ਨੂੰ ਤਾਂ ਇਹੀ कहूँगी कि बच्चों के नन्हे हाथों को चांद सितारे छूने दो, छू लेने दो, चार किताबें पढ़कर ये भी हम जैसे हो जाएंगे। ਹਰਵੀਰ, ਇੱਕ ਮੇਰੇ ਸਵਾਲ ਦੇ ਵਿੱਚ ਐਕਚੁਅਲੀ ਬਹੁਤ ਸਾਰੇ ਸਵਾਲ ਹੈ। ਆਮ ਤੌਰ ਤੇ ਹੁੰਦਾ ਕੀ ਹੈ ਕਿ ਬਹੁਤ ਘੱਟ ਬੱਚੇ ਆ ਜਿਹੜੇ ਤੁਹਾਡੀ ਏਜ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰਨ, ਸੋਚਣ ਤੇ ਸਵਾਲ ਕਰਨ। ਇਹ ਤੁਸੀਂ ਵੀ ਸਮਝਦੇ ਹੋ, ਅਸੀਂ ਦੇਖਦੇ ਆਸ-ਪਾਸ ਇਸ ਹੱਦ ਤੱਕ ਵੇਲ ਨਹੀਂ ਆ, ਹਨਾ। ਬੱਚੇ ਕਿਸੇ ਨਾ ਕਿਸੇ ਉਲਝਣਾਂ 'ਚ ਫਸੇ ਹੋਏ ਆ। ਜੇ ਨੌਜਵਾਨ ਮੁੰਡਿਆਂ ਕੁੜੀਆਂ ਦੀ ਗੱਲ ਕਰੀਏ, ਬਹੁਤ ਜਾਣੇ ਹੈਗੇ ਐਸੇ ਵੀ ਚਿਹਰੇ ਆ ਤੁਹਾਡੇ ਆਸ-ਪਾਸ ਜਿਹੜੇ ਨਸ਼ੇ ਦੇ ਵਿੱਚ ਬਹੁਤ ਟੈਲੈਂਟਡ, ਬਹੁਤ ਬੜੇ ਮਾਹਿਰ ਬੱਚੇ ਜਿਹੜੇ ਉਹ ਨਸ਼ਿਆਂ ਦੀ ਦਲਦਲ 'ਚ ਫਸ ਕੇ ਉਹਨਾਂ ਨੇ ਆਪਣੇ ਆਪ ਨੂੰ ਖਤਮ ਕਰ ਲਿਆ। ਇਸ ਵੇਲੇ ਜਿਹੜਾ ਇਹ ਤੁਹਾਡਾ ਇੱਕ ਏਜ ਗਰੁੱਪ ਹੁੰਦਾ ਹੈ, ਹਨਾ, ਇਸ ਏਜ ਦੇ ਵਿੱਚ ਇੱਕ ਸਰੀਰਕ ਬਦਲਾਅ, ਇੱਕ ਨਵੀਂ ਪਨੀਰੀ, ਨਵੇਂ ਸੁਪਨੇ, ਪਿਆਰ ਮੁਹੱਬਤ ਵਰਡ ਵੀ ਇਸ ਉਮਰ ਚ ਆ ਕੇ ਸਮਝ ਆਉਣ ਲੱਗਦੇ ਆ। ਸੁਪਨੇ, ਕਈਆਂ ਦੇ ਉੱਤੇ ਘਰ ਦੀਆਂ ਜ਼ਿੰਮੇਵਾਰੀਆਂ, ਕਈਆਂ ਦਾ ਹੁੰਦਾ ਕਿ ਮੈਂ ਆਹ ਬਣਨਾ, ਔਰ ਉਹਦੇ ਵਿੱਚ ਬਹੁਤ ਸਾਰੇ ਰਾਹ, ਜਿਵੇਂ ਆਪਾਂ ਗੱਲ ਕੀਤੀ ਆ, ਨਸ਼ੇ ਇੱਕ ਵੱਡਾ ਬੈਰੀਅਰ, ਫਿਰ ਬੇਰੁਜ਼ਗਾਰੀ, ਫਿਰ ਮਾੜਾ ਸਿਸਟਮ, ਉਹ ਸਾਰੇ ਕਾਸੇ ਨੂੰ ਫੋਲੋ ਕਰਨ ਲਈ ਤੁਸੀਂ ਵਿਚਰਦੇ ਹੋ। ਤੁਸੀਂ, ਮੈਂ ਦੇਖਿਆ ਪਿੰਡ ਦੇ ਵਿੱਚ ਵੀ ਬਹੁਤ ਜ਼ਿਆਦਾ ਗਰਾਊਂਡ ਲੈਵਲ ਤੇ ਵਿਚਰਦੇ ਹੋ, ਫਿਰ ਤੁਸੀਂ ਯੂਨੀਵਰਸਿਟੀ 'ਚ ਵਿਚਰਦੇ ਹੋ। ਤੁਸੀਂ ਜਦੋਂ ਆਸ-ਪਾਸ ਤੁਹਾਡੇ 'ਚ ਸਮਰੱਥਾ ਹੈਗੀ, ਆਪਣੇ ਆਸ-ਪਾਸ ਕੁੜੀਆਂ ਮੁੰਡਿਆਂ ਨੂੰ ਤੁਰੇ ਫਿਰਦੇ ਦੇਖਦੇ ਹੋ, ਕੀ ਲੱਗਦਾ ਉਹਨਾਂ ਦੇ ਦਿਮਾਗਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ ਫਿਰਦੀਆਂ ਨੇ? ਬੋਝ ਆ, ਨਿਰਾਸ਼ਾ ਹੈ, ਜਾਂ ਕੁਝ ਹੈ ਉਪਜਾਊ ਹੈ? ਤੁਸੀਂ ਨਸ਼ਿਆਂ ਬਾਰੇ ਗੱਲ ਕੀਤੀ ਨਾ, ਤਾਂ ਮੇਰੀ ਪਰਸਨਲ ਆਬਜ਼ਰਵੇਸ਼ਨ ਹੈ ਮੈਨੂੰ, ਤੇ ਨਾ ਜਿਹੜੇ ਲੋਕ ਬੱਚੇ ਨਸ਼ੇ ਕਰਦੇ ਨੇ, ਨੌਜਵਾਨ, ਇੱਕ ਤਾਂ ਉਹਨੇ ਜਿਹੜੇ ਇੱਕ ਫੈਸ਼ਨ ਵਜੋਂ ਇੱਕ ਮਾਡਰਨਿਟੀ ਦਾ ਜਿਵੇਂ ਸਾਡਾ ਟ੍ਰੈਂਡ ਚੱਲਦਾ ਨਾ, ਕਿ ਜੇ ਉਹਨੇ ਇੱਕ ਹੁੰਦੀ ਹੈ ਵਰਲਡ ਲੈਵਲ ਦੇ ਉੱਤੇ ਪਾਵਰਸ ਹੁੰਦੀਆਂ ਨੇ, ਸੌਫਟ ਪਾਵਰ, ਹਾਰਡ ਪਾਵਰ ਜਿਵੇਂ ਇੰਟੈਲੀਜੈਂਸ, ਸਾਡੀ ਮਿਲਟਰੀ ਪਾਵਰ। ਸੌਫਟ ਪਾਵਰ ਹੁੰਦੀ ਹੈ ਕਿ ਜਿਵੇਂ ਸਾਨੂੰ ਅੰਦਰੋਂ ਵੀ ਜੋ ਫੈਸ਼ਨ ਸਾਡਾ ਅਮਰੀਕਾ ਦੇ ਵਿੱਚ ਹੁੰਦਾ, ਅਗਲੇ ਦਿਨ ਸਾਡੀਆਂ ਸਟਰੀਟਸ ਤੇ ਹੁੰਦਾ। ਇੱਥੇ ਜੋ ਸਾਡੇ ਸ਼ਹਿਰ ਨੇ ਉਹ ਇੱਕ ਇਨਕਲੇਵਸ ਬਣ ਗਏ ਨੇ, ਸੋਸ਼ਲ ਇਨਕਲੇਵਸ ਵੀ ਉਹ ਹੈ ਭਾਵੇਂ ਸਾਡੇ ਵਿੱਚ, ਪਰ ਉਹਨਾਂ ਦੇ ਉੱਤੇ ਅਸਰ, ਉਹਨਾਂ ਦੇ ਲੋਕਾਂ ਦੇ ਦਿਲਾਂ ਦੇ ਉੱਤੇ ਹਕੂਮਤ ਹੈ ਜਿਹੜੀ ਉਹ ਪੱਛਮ ਦੇ ਲੋਕਾਂ ਦੀ ਹੈ। ਤੇ ਜੋ ਸਾਡੇ ਨੌਜਵਾਨ ਨੇ, ਇੱਕ ਤਾਂ ਮਾਡਰਨਿਟੀ ਦੇ ਵਿੱਚ, ਕਿ ਮਾਡਰਨਿਟੀ ਦਾ ਮਤਲਬ ਸ਼ਾਇਦ ਕੱਚ ਦੇ ਗਲਾਸ ਦੇ ਵਿੱਚ ਸ਼ਰਾਬ ਪੀਣਾ ਹੈ, ਕਲੱਬਸ ਦੇ ਵਿੱਚ ਜਾਣਾ ਹੈ, ਹਾਈ ਫਾਈ ਨਾ ਕਹੋ, ਹਾਈ ਫਾਈ ਕਹਿ ਕੇ ਸ਼ਾਇਦ ਉਹ ਨਾ ਚੰਗੀ ਚੀਜ਼ ਬਣ ਜਾਂਦੀ ਹੈ, ਤੇ ਇਸ ਤਰ੍ਹਾਂ ਉਹਨਾਂ ਨੂੰ ਦਿਖਾਉਣਾ ਹੈ। ਹਾਂ, ਤੇ ਇਹ ਸਾਰੀਆਂ ਚੀਜ਼ਾਂ ਇੱਕ ਮਾਡਰਨਿਟੀ ਤੇ ਇੱਕ ਪੰਜਾਬੀ ਦਾ ਇੱਕ ਸ਼ਬਦ, ਜੇ ਗੁਸਤਾਖੀ ਮਾਫ, ਲਾਈ ਲੱਗ ਸ਼ਬਦ ਜਿਵੇਂ ਅਸੀਂ ਕਹਿ ਗਏ, ਹਨਾ। ਇੱਕ ਇਹ ਲੋਕ ਨੇ, ਇੱਕ ਉਹ ਨੇ ਜਿਹੜੇ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਲੱਗਦਾ ਕਿ ਅਸੀਂ ਕੋਈ ਮੁਕਾਮ ਹਾਸਲ ਕਰੀਏ, ਪੂਰਾ ਉਹ ਪੜ੍ਹੇ ਕਾਫੀ, ਤੇ ਪਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਮੁਕਾਮ ਨਹੀਂ ਮਿਲਿਆ, ਕੋਈ ਨੌਕਰੀ ਨਹੀਂ ਮਿਲੀ। ਉਹਨਾਂ ਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਕੀ ਆ। ਉਹ ਇੱਕ ਇਸ ਤਰ੍ਹਾਂ ਦੀ ਟੈਨਸ਼ਨ ਤੋਂ ਬਚਣ ਲਈ ਵੀ ਜਿਹੜੇ ਆ ਬੱਚੇ, ਨੌਜਵਾਨ ਹੈ, ਉਹ ਨਸ਼ੇ ਕਰਦੇ ਨੇ। ਲੱਗਦਾ ਕਿ ਤੁਹਾਡੇ ਆਸ-ਪਾਸ ਜੋ ਦਿਮਾਗ ਤੁਰੇ ਫਿਰਦੇ ਆ, ਤੁਸੀਂ ਪਿੰਡ 'ਚ ਵਿਚਰਦੇ ਆ, ਫਿਰ ਤੁਸੀਂ ਸ਼ਹਿਰ 'ਚ ਯੂਨੀਵਰਸਿਟੀ ਦੇ ਵਿੱਚ ਵਿਚਰਦੇ ਆ, ਲੱਗਦਾ ਕਿ ਕੁਝ ਦਿਮਾਗਾਂ 'ਚ ਕੋਈ ਪਰੇਸ਼ਾਨੀਆਂ, ਕੋਈ ਦਵੰਦ ਜਿਹੜੇ ਆ, ਹਾਲਾਂਕਿ ਇਸ ਏਜ ਦੇ ਵਿੱਚ ਆ ਕੇ ਜਦੋਂ ਬੰਦਾ ਗ੍ਰੈਜੂਏਸ਼ਨ ਕਰਦਾ, ਉਹ ਕਿਸੇ ਮੰਤਵ ਨਾਲ ਕਰਦਾ, ਉਹਨੂੰ ਆਪਣਾ ਵਿਜ਼ਨ ਕਲੀਅਰ ਹੁੰਦਾ ਕਿ ਮੈਂ ਆ ਬਣਨਾ। ਲੱਗਦਾ ਕਿ ਉਸ ਮਾੜੇ ਸਿਸਟਮ ਨੇ ਉਹ ਦਵੰਦ ਇੱਕ ਬੱਚਿਆਂ ਦੇ ਦਿਮਾਗ 'ਚ ਲੰਬੇ ਟਾਈਮ ਲਈ ਪਾ ਦਿੱਤਾ। ਕਈ ਬੱਚੇ ਤਾਂ PhD ਦੇ ਲਈ 8-8, 9-9 ਸਾਲ ਕਰਪਟ ਸਿਸਟਮ ਦੀ ਵਜ੍ਹਾ ਕਰਕੇ ਫਸੇ ਰਹਿ ਜਾਂਦੇ ਆ। ਡੈਫੀਨੇਟਲੀ ਇਹ ਗੱਲ ਹੈ, ਤੇ ਦਵੰਦ ਦਾ ਜਿਹੜਾ ਇਹ ਤਾਂ ਪਾਇਆ ਹੋਇਆ। ਬਾਕੀ ਤੁਸੀਂ ਜਿਹੜੇ ਨਹੀਂ ਕਿਸਾਨ ਅੰਦੋਲਨ ਦੀ ਗੱਲ ਕੀਤੀ, ਅਸੀਂ ਇੱਥੇ ਅਕਸਰ ਇੱਕ ਗੱਲ ਕਰਦੇ ਹੁੰਦੇ ਹਾਂ, ਅਕਸਰ ਸਾਰੇ ਬਜ਼ੁਰਗ ਬੈਠੇ ਹੁੰਦੇ ਆ, ਮੈਨੂੰ ਮੌਕਾ ਮਿਲ ਜਾਂਦਾ, ਮੇਰੀ ਖੁਸ਼ ਨਸੀਬੀ ਹੈ, ਮੈਂ ਵੀ ਸੱਥਾਂ ਦੇ ਵਿੱਚ ਨਹੀਂ ਬੈਠਣ ਦਾ ਮੌਕਾ ਦਿੰਦੇ, ਪਰ ਸਾਡਾ ਇੱਥੇ ਹੈ ਮਾਹੌਲ ਤੇ ਮੈਨੂੰ ਮੌਕਾ ਮਿਲਦਾ। ਤੇ ਇਹੀ ਕਹਿੰਦੇ ਨੇ ਕਿ ਅਕਸਰ ਨਾ ਜੋ ਵੱਡੇ ਕਾਨੂੰਨ ਹੁੰਦੇ ਨੇ, ਜੋ ਜਿਨ੍ਹਾਂ ਨੂੰ ਵਕਤ ਨੇ ਤੇ ਲੋਕਾਂ ਨੇ ਬਹੁਤ ਵੱਡੇ ਸੰਘਰਸ਼ਾਂ ਦੇ ਨਾਲ ਠੱਲਿਆ ਹੁੰਦਾ, ਵਿਰੋਧ ਕੀਤਾ ਹੁੰਦਾ, ਪਰ ਜਿਵੇਂ ਵਕਤ ਬਦਲਦਾ ਹੈ ਨਾ, ਤਾਂ ਬਿਨਾਂ ਵਿਰੋਧ ਤੋਂ ਉਹ ਲਾਗੂ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਜਿਨ੍ਹਾਂ ਦਾ ਵਿਰੋਧ ਕਰਨ ਵਾਲੇ ਜਾਂ ਤਾਂ ਬੰਦੇ ਮਾਰ ਦਿੱਤੇ ਜਾਂਦੇ ਨੇ, ਜਾਂ ਉਹਨਾਂ ਦੀ ਸੋਚ ਨੂੰ ਮਾਰ ਦਿੱਤਾ ਜਾਂਦਾ ਹੈ। ਜੇ ਤੁਸੀਂ ਕਿਸਾਨ ਅੰਦੋਲਨ ਦੀ ਗੱਲ ਕਰੋਗੇ, ਸਾਡੇ ਬਜ਼ੁਰਗਾਂ ਨੇ ਮੋਰਚਾ ਸੰਭਾਲਿਆ, ਸਾਡੇ 40 ਸਾਲ ਦੇ ਜਿਹੜੇ 35-40 ਸਾਲ ਦੇ ਨੇ, ਉਹਨਾਂ ਨੇ ਮੋਰਚਾ ਸੰਭਾਲਿਆ, ਜਿਹੜੇ ਥੋੜਾ ਬਹੁਤ ਪੜ੍ਹੇ ਸੀ, ਕਿਸਾਨੀ ਨਾਲ ਵੀ ਜੁੜੇ ਆ। ਪਰ ਜੇ ਤੁਸੀਂ ਗੱਲ ਕਰੋ 19-20 ਸਾਲਾਂ ਦੇ ਬੱਚਿਆਂ ਦੀ, 22 ਸਾਲ ਦੇ ਜਿਹੜੇ ਕੱਲ ਨੂੰ ਗਾਂ ਹੋਣਗੇ, ਤੇ ਉਹਨਾਂ ਦੇ ਵਿੱਚ ਸਿਰਫ ਮੋਬਾਈਲ ਤੋਂ ਇੱਕ ਫੇਸਬੁੱਕ ਤੇ ਲਾਈਕ, ਕਮੈਂਟ, ਸ਼ੇਅਰ ਕਰਦੇ ਨੇ, ਪਰ ਜ਼ਮੀਨੀ ਹਕੀਕਤ ਦੇ ਉੱਤੇ ਜੋਸ਼ ਦੇ ਨਾਲ, ਉਤਸ਼ਾਹ ਦੇ ਨਾਲ ਕਿਤੇ ਨਾ ਕਿਤੇ ਉਹ ਉਹਨਾਂ ਦੇ ਵਿੱਚੋਂ ਮਰਿਆ। ਤੇ ਮੈਨੂੰ ਲੱਗਦਾ ਹੈ ਕਿ
ਆਉਣ ਵਾਲੇ ਵਕਤ ਦੇ ਵਿੱਚ ਇਹ ਕਾਨੂੰਨ ਨੇ ਜਿਹੜੇ ਇਹ ਫਿਰ ਲਾਗੂ ਹੋ ਸਕਦੇ ਨੇ, ਜਿਸ ਹਿਸਾਬ ਦੇ ਨਾਲ ਜਿਹੜਾ ਸਾਡਾ ਐਜੂਕੇਸ਼ਨ ਦਾ ਸਿਸਟਮ ਚੱਲ ਰਿਹਾ ਹੈ, ਜਿਸ ਹਿਸਾਬ ਨਾਲ ਅਸੀਂ ਪੱਛਮ ਵੱਲ ਵੇਖ ਰਹੇ ਹਾਂ, ਉਸ ਹਿਸਾਬ ਨਾਲ ਸਾਡੇ ਨੌਜਵਾਨ ਆਉਣ ਵਾਲੇ ਵਕਤ ਦੇ ਵਿੱਚ ਐਡਾ ਸੰਘਰਸ਼ ਮੈਨੂੰ ਲੱਗਦਾ ਨਹੀਂ ਦੇਖਾ ਪਾਉਣਗੇ। ਤੇ ਬਾਕੀ ਨੌਜਵਾਨਾਂ ਨੂੰ ਮੈਂ ਇਹੀ ਆਖੂੰਗੀ ਕਿ दुआओं से कभी जन्नतें नहीं मिलती, हर पीढ़ी को लड़नी पड़ती है अपने हिस्से की जंग, नाम से बुजुर्गों की अजमतें नहीं मिलती। ਤਾਂ ਫਿਰ ਆਪਦੇ ਬਜ਼ੁਰਗਾਂ ਦੇ ਨਾਂ ਤੇ ਅਸੀਂ ਬਹੁਤ ਢੀਂਗਾ ਪੱਟਦੇ ਰਹਿੰਦੇ ਆ ਕਿ ਸਾਡੇ ਬਜ਼ੁਰਗਾਂ ਨੇ ਆਹ ਕੀਤਾ, ਸਾਡੇ ਗੁਰੂ ਸਾਹਿਬਾਨਾਂ ਨੇ ਇਹ ਕੀਤਾ, ਸਾਡੇ ਯੋਧਿਆਂ ਨੇ, ਹਰੀ ਸਿੰਘ ਨਲੂਏ ਵਰਗਿਆਂ ਨੇ ਇਹ ਕੀਤਾ। ਇਤਿਹਾਸ ਦੇ ਕੇ ਗਏ ਹੁੰਦੇ ਵੀ ਤੁਸੀਂ ਵੀ ਕਰੋ। ਹਾਂ, ਇਤਿਹਾਸ ਕਦੇ ਆਖਰੀ ਵਾਰ ਨਹੀਂ ਲਿਖਿਆ ਜਾਂਦਾ, ਹਰ ਚੜ੍ਹਦਾ ਢਲਦਾ ਸੂਰਜ ਇਤਿਹਾਸ ਲਿਖਦਾ ਹੈ। ਸਾਡਾ ਅੱਜ ਦਾ ਦਿਨ ਵੀ ਇੱਕ ਇਤਿਹਾਸ ਹੈ, ਤੇ ਜੋ ਇਤਿਹਾਸ ਸਾਨੂੰ ਦਿੱਤਾ ਹੈ, ਸਾਡੇ ਉੱਤੇ ਕਰਜ਼ ਹੈ ਕਿ ਅਸੀਂ ਉਹੀ ਇਤਿਹਾਸ ਨੂੰ ਹੋਰ ਖੂਬਸੂਰਤ ਬਣਾ ਕੇ ਹਿਫਾਜ਼ਤ ਦੇ ਨਾਲ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਹਵਾਲੇ ਕਰੀਏ। ਪਰ ਕਿਤੇ ਨਾ ਕਿਤੇ ਉਹ ਇਤਿਹਾਸ ਮਿਟ ਵੀ ਰਿਹਾ ਹੈ ਤੇ ਕੁਝ ਕਾਲੇ ਪੰਨੇ ਵੀ ਉਹਦੇ ਵਿੱਚ ਜੁੜ ਰਹੇ ਨੇ। ਸਾਡੇ ਸਮਾਜ ਦੇ ਵਿੱਚ ਸ਼ਰਾਬ ਤੇ ਨਸ਼ਿਆਂ ਦਾ ਚਲਨ ਹੈ ਜਿਹੜਾ ਆਉਣ ਵਾਲੇ ਨੌਜਵਾਨਾਂ ਤੇ ਆਉਣ ਵਾਲੇ ਸਾਡੀਆਂ ਪੀੜ੍ਹੀਆਂ ਨੂੰ ਕਿਤੇ ਨਾ ਕਿਤੇ ਇੱਕ ਸ਼ਰਮ ਦਾ ਅਹਿਸਾਸ ਕਰਾਵੇਗਾ। ਹਰਵੀਰ, ਮੇਰਾ ਹਰ ਸਟੋਰੀ ਸ਼ੋ ਵੈਸੇ ਤਾਂ ਇੱਕ ਕੁੜੀ ਦੀ ਸਟੋਰੀ ਹੁੰਦਾ ਤੇ ਤੁਹਾਡੀ ਜ਼ਿੰਦਗੀ ਬਾਰੇ ਵੀ ਥੋੜਾ ਪਰਸਨਲ ਵੀ ਮੈਂ ਜਾਣੂੰਗੀ। ਉਸ ਤੋਂ ਪਹਿਲਾਂ ਇੱਕ ਸਵਾਲ ਮੇਰੇ ਹੋਰ ਮਨ ਦੇ ਵਿੱਚ ਹੈ ਕਿ ਜਿਵੇਂ ਕਿਸਾਨੀ ਮੋਰਚਾ ਹੋਇਆ, ਉਸ ਤੋਂ ਬਾਅਦ ਇਲੈਕਸ਼ਨ ਆਉਣੀਆਂ, ਤੁਸੀਂ ਆਪਣੀ ਉਮਰ ਦੇ ਵਿੱਚ 2-3 ਵੱਡੀਆਂ ਇਲੈਕਸ਼ਨਸ ਤਾਂ ਦੇਖੀਆਂ ਹੋਣਗੀਆਂ, ਉਹਦੇ ਵਿੱਚ ਜਿਹੜੀਆਂ ਹੁਣ ਇਲੈਕਸ਼ਨ ਆ ਰਹੀਆਂ, ਕੀ ਲੱਗਦਾ ਹੈ ਕਿਸਾਨੀ ਮੋਰਚੇ ਤੋਂ ਬਾਅਦ ਕੀ ਚੇਂਜ ਆ? ਕਿ ਵਾਕਈ ਲੋਕ ਜਿਹੜੇ ਆ ਉਹ ਸਵਾਲ ਕਰ ਰਹੇ ਆ ਲੀਡਰਾਂ ਨੂੰ? ਲੱਗਦਾ ਹੈ ਕਿ ਇਸ ਵਾਰ ਲੀਡਰਾਂ ਦੇ ਮਨ 'ਚ ਵੀ ਦਵੰਦ ਹੈ ਕਿ ਜਿਸ ਦੇ ਵੀ ਬੂਹੇ ਤੇ ਜਾਵਾਂਗੇ ਜਵਾਬ ਦੇਣਾ ਪਊਗਾ ਕਿ ਸਾਡੇ ਲਈ ਕੀਤਾ ਕੀ ਆ, ਜਿਸ ਕੁਰਸੀ ਤੇ ਤੁਹਾਨੂੰ ਬਿਠਾਇਆ ਕੰਮ ਲਈ? मैं ਇਹਦੇ ਬਾਰੇ ਇੱਕ ਤਾਂ ਗੱਲ ਇਹ ਕਹੂੰਗੀ, ਜਿਸ ਤਰ੍ਹਾਂ ਦਾ ਸਾਡਾ ਸਿਸਟਮ ਹੈ ਨਾ ਕਿ रहबरों के ज़मीर यहाँ मुजरिम है, हर शख्स यहाँ लुटेरा है, ਮਾਪਦੋਂ ਕੇ ਚਿਰਾਗ ਗੁਲ ਕਰ ਦੋ, ਕਲਬੇ ਇਨਸਾਨ ਮੇ ਅੰਧੇਰਾ ਹੈ। ਤੇ ਕਿਤੇ ਨਾ ਕਿਤੇ ਇਨਸਾਨਾਂ ਦੇ ਵਿੱਚ ਸਾਡੇ ਆਮ ਲੋਕ ਸਵਾਲ ਜ਼ਰੂਰ ਕਰਦੇ ਨੇ, ਪਰ ਆਮ ਲੋਕ ਜਦ, ਜਿਵੇਂ ਤੁਹਾਨੂੰ ਦੱਸਿਆ, ਸਾਡੇ ਇੱਥੇ ਪੰਚਾਇਤੀ ਇਲੈਕਸ਼ਨ ਹੋਏ ਸੀ, 10-10 ਹਜ਼ਾਰ ਰੁਪਏ ਨੂੰ ਵੋਟ ਵਿਕਿਆ ਮੇਰੇ ਆਸੇ ਇੱਕ ਪਿੰਡ ਨੂੰ। ਤੇ ਲੋਕ ਡਿਮਾਂਡ ਕਰਦੇ ਨੇ, ਕੋਈ ਲੀਡਰ ਜ਼ਰੂਰ ਚਾਹੁੰਦੇ ਨੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਜੇ ਅਸੀਂ ਰਾਬਤਾ ਕਰੀਏ ਨਾ, ਉਹ ਵੀ ਚਾਹੁੰਦੇ ਨੇ ਕਿ ਅਸੀਂ ਚੰਗਾ ਕਰੀਏ, ਪਰ ਜਦ ਕਰੋੜਾਂ ਰੁਪਇਆ ਲੱਗ ਜਾਣ ਤੇ ਫਿਰ ਤੁਸੀਂ ਦੱਸੋ ਵੀ ਕੋਈ ਵੀ ਚੀਜ਼ ਇੱਥੇ ਫ੍ਰੀ ਨਹੀਂ ਮਿਲਦੀ। ਜਦੋਂ ਹੁੰਦੇ ਸੀ ਭਗਵੰਤ ਮਾਨ, ਉਦੋਂ ਕਹਿੰਦੇ ਹੁੰਦੇ ਸੀ ਨਾ ਵੀ ਜਿਹੜਾ ਹੁਣ 20 ਲੱਖ ਰੁਪਇਆ ਰਿਸ਼ਵਤ ਦੇ ਕੇ ਪੁਲਿਸ ਦੇ ਵਿੱਚ ਲੱਗਿਆ ਜਾਂ ਟੀਚਰ ਲੱਗਿਆ, ਫਿਰ ਉਹ ਤਾਂ ਗੁੱਸਾ ਤਾਂ ਕੱਢਦਾ ਨਾ ਬਾਅਦ ਦੇ ਵਿੱਚ। ਕੱਢਦਾ ਹੈ ਜੀ। ਤੇ ਬਾਕੀ ਹੁਣ ਨਾ ਲੋਕਾਂ ਦੀ ਕਿਤੇ ਨਾ ਕਿਤੇ ਮੈਂ ਇਲੈਕਸ਼ਨ ਦੇ ਵਿੱਚ ਇਹ ਵੇਖਿਆ ਕਿ ਲੋਕਾਂ ਦਾ ਨਿੱਜ ਬਹੁਤ ਵੱਧ ਗਿਆ। ਲੋਕਾਂ ਦੇ ਲਈ ਦੇਸ਼ ਪ੍ਰੇਮ ਹੈ ਜਿਹੜਾ, ਸਾਡੇ ਕੁਰਬਾਨੀਆਂ ਨੂੰ ਭੁੱਲ ਗਏ ਨੇ। ਸਿਰਫ ਭਗਤ ਸਿੰਘ ਦਾ ਇੱਕ ਨਾਮ ਹੈ, ਪਰ ਕਿਸੇ ਨੂੰ ਜਜ਼ਬਾਤੀ ਤੌਰ 'ਤੇ ਉਹਦੇ ਨਾਲ ਲਿੰਕ ਨਹੀਂ ਕਰਦੇ ਕਿ ਉਹ ਆਖਰੀ ਵਾਰ ਜਦ ਤੜਪ ਕੇ ਮਰਿਆ ਹੋਊਗਾ ਤਾਂ ਉਹਨੇ ਨਹੀਂ ਸੋਚਿਆ ਹੋਣਾ ਕਿ ਮੈਂ ਉਹਨਾਂ ਲੋਕਾਂ ਲਈ ਲੜ ਰਿਹਾ ਜਿਹੜੇ ਇੱਕ ਵੋਟ ਤੇ ਇੱਕ ਸ਼ਰਾਬ ਦੇ ਲਈ ਆਪਦੀ ਵੋਟ ਨੂੰ ਵੇਚ ਰਹੇ ਹੋਣ। ਲੋਕਾਂ ਨੂੰ ਕਿਤੇ ਨਾ ਕਿਤੇ ਆਪਦੀ ਵੋਟ ਦਾ ਵੀ ਅਹਿਸਾਸ ਨਹੀਂ ਹੈ। ਹਾਂ, ਉਹ ਕੁਐਸਚਨ ਜਿਹੜੇ ਕਰਦੇ ਨੇ, ਪਰ ਕਿਤੇ ਨਾ ਕਿਤੇ ਉਹ ਕੁਐਸਚਨ ਉਹਨਾਂ ਦੇ ਗੁੱਸੇ ਵਿੱਚੋਂ ਨਿਕਲਦੇ ਨੇ। ਸਾਡੇ ਐਜੂਕੇਸ਼ਨ ਸਿਸਟਮ, ਸਾਡਾ ਮਿਊਜ਼ਿਕ, ਸਾਡਾ ਮਲਟੀਮੀਡੀਆ ਤੇ ਸਾਡੇ ਜਿਹੜੇ ਲੀਡਰ ਨੇ, ਉਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਭੇਤ ਆ ਗਿਆ। ਤੇ ਬਾਕੀ ਉਹਨਾਂ ਨੂੰ ਇਹ ਵੀ ਹੈ ਨਾ ਕਿ ਉਹਨਾਂ ਦੇ ਕਿਤੇ ਨਾ ਕਿਤੇ ਕੁਐਸਚਨ ਹੈ ਨਾ ਜਿਹੜੇ ਆਮ ਹੁੰਦੇ, ਇਸ ਤਰ੍ਹਾਂ ਦੇ ਹੁੰਦੇ ਆ ਵੀ ਗੁੱਸੇ ਦੇ ਹਿਸਾਬ ਨਾਲ ਵੀ। ਫਿਲਾਸਫੀ ਤੇ ਜਿਵੇਂ ਤੁਸੀਂ ਵੱਡੇ ਲੋਕ ਹੁੰਦੇ ਆ ਨਾ ਵੀ ਉਹ ਹਰ ਗੱਲ ਦਾ ਇੱਕ ਟਿਕਾ ਭਾਲਦੇ ਨੇ, ਕਿਵੇਂ ਕਿਹਾ ਜਾਵੇ, ਪਰ ਲੋਕ ਲੜ ਕੇ ਗੱਲ ਕਰਦੇ ਨੇ। ਉਹ ਵੀ ਕਿਤੇ ਨਾ ਕਿਤੇ ਸਾਡੇ ਲੀਡਰਾਂ ਲਈ ਤੇ ਸਾਡੇ ਲੋਕਤੰਤਰ ਲਈ ਗਲਤ ਗੱਲ ਹੈ, ਕਿਉਂਕਿ ਲੀਡਰ ਸਾਡੇ ਆਇਨਾ ਹੁੰਦੇ ਨੇ। ਜੇ ਅਸੀਂ ਚਾਹੁੰਦੇ ਕੋਈ ਲੀਡਰ ਵੀ ਲੀਡਰਾਂ ਦੀ ਸਾਡੀ ਇੱਜ਼ਤ ਬਣਦੀ ਹੈ, ਜੇ ਲੀਡਰ ਕੋਈ ਇੱਜ਼ਤ ਦੇ ਕਾਬਿਲ ਨਹੀਂ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ ਉਹ ਲੀਡਰ ਦੀ ਕੁਰਸੀ ਤੇ ਨਾ ਆਵੇ। ਤਾਂ ਇਸ ਲਈ ਲੋਕ, ਜੇ ਕੋਈ ਸਾਡਾ ਲੀਡਰ ਬਣ ਗਿਆ ਤਾਂ ਸਾਨੂੰ ਉਹਦੀ ਇੱਜ਼ਤ ਕਰਨੀ ਪਵੇਗੀ, ਕਿਉਂਕਿ ਉਹ ਲੱਖਾਂ ਲੋਕਾਂ ਦਾ ਹੁਣ ਨੁਮਾਇੰਦਾ ਬਣਿਆ ਹੈ। ਤੇ ਲੋਕ, ਮੈਂ ਚਾਹੁੰਦੀ ਹਾਂ ਕਿ ਜੇ ਕੋਈ ਤੁਹਾਡੇ ਦਰਵਾਜ਼ਿਆਂ ਤੇ ਆਉਂਦੇ ਨੇ, ਲੋਕ ਧੱਕੇ ਮਾਰ ਕੇ ਕੱਢ ਦਿੰਦੇ ਨੇ, ਭਾਵੇਂ ਕੋਈ ਕਿਸੇ ਦੀ ਵੀ ਪਾਰਟੀ ਦਾ ਹੋਵੇ, ਮੇਰੇ ਖਿਆਲ ਨਾਲ ਉਹ ਸਾਡੇ ਲੀਡਰ ਨੇ। ਉਹ 10 ਲੋਕਾਂ ਨੂੰ ਵੀ ਜੇ ਸਮਾਜ ਦੇ ਵਿੱਚ ਪ੍ਰਭਾਵਿਤ ਕਰਦੇ ਨੇ ਤਾਂ ਮੇਰੇ ਖਿਆਲ ਨਾਲ ਸਾਨੂੰ ਉਹਨਾਂ ਦੀ ਇੱਜ਼ਤ ਜ਼ਰੂਰੀ ਹੈ। ਇਹ ਸਾਡੇ ਲੋਕਤੰਤਰ ਲਈ ਜ਼ਰੂਰੀ ਹੈ, ਸਾਡੀ ਪੋਲੀਟੀਕਲ ਸਟੇਬਿਲਿਟੀ ਲਈ ਜ਼ਰੂਰੀ ਹੈ। ਹਾਂਜੀ ਹਰਵੀਰ, ਕੀ ਲੱਗਦਾ ਇਸ ਵਾਰ, ਕੀ ਲੱਗਦਾ? ਵੈਸੇ ਤਾਂ ਅਸੀਂ ਦੇਖਦੇ ਹਾਂ ਕਿ ਅਸੀਂ ਜਦੋਂ ਵੀ ਕਿਸੇ ਕੋਲੇ ਬੈਠਦੇ ਤੁਹਾਨੂੰ ਲੱਗਦਾ ਕਿ ਤੁਸੀਂ ਮੀਡੀਆ ਵਾਲੇ ਆ, ਤੁਹਾਨੂੰ ਤਾਂ ਪਤਾ ਹੋਊਗਾ ਕਿਹਦੀ ਸਰਕਾਰ ਬਣ ਰਹੀ ਹੈ। ਸੋ ਮੈਂ ਤੁਹਾਨੂੰ ਇਹ ਸਵਾਲ ਕਰਦੀ ਹਾਂ, ਲੱਗਦਾ ਕੀ ਹੈ ਇਸ ਵਾਰ ਬਹੁਤ ਇੰਟਰਸਟਿੰਗ ਜੀਆਂ ਇਲੈਕਸ਼ਨਸ ਹੋ ਰਹੀਆਂ ਹੈ ਨਾ। ਬਹੁਤ ਵਾਰੀ ਕਈਆਂ ਨੂੰ ਲੱਗਦਾ ਹੈ ਕਿ ਨਹੀਂ ਫਲਾਨੀ ਪਾਰਟੀ ਜਿੱਤ ਜੂਗੀ, ਕੋਈ ਕਹਿੰਦਾ ਕਿ ਨਹੀਂ ਝਾੜੂ ਵਾਲਿਆਂ ਦੀ ਹਵਾ ਹੈ, ਕੋਈ ਕਹਿੰਦਾ ਕਿ ਨਹੀਂ ਇਸ ਵਾਰ ਕਿਉਂਕਿ ਕਿਸਾਨੀ ਮੋਰਚੇ ਤੋਂ ਬਾਅਦ ਲੋਕ ਇਹਨਾਂ ਦੇ ਰੂਬਰੂ ਹੋ ਰਹੇ ਤੇ ਕਹ ਰਹੇ ਚਿਹਰੇ ਜਿੱਤਣਗੇ, ਪਾਰਟੀ ਨਹੀਂ, ਚਿਹਰੇ ਜਿੱਤਣਗੇ। ਜਿਸ ਨੇ ਚੰਗਾ ਕੰਮ ਕੀਤਾ ਉਹ ਆਊਗਾ, ਜਿਹਨੇ ਨਹੀਂ ਕੀਤਾ ਉਹ ਨਹੀਂ। ਤੁਹਾਡਾ ਤਜਰਬਾ ਕੀ ਕਹਿੰਦਾ, ਤੁਹਾਨੂੰ ਕੀ ਲੱਗਦਾ? ਮੈਂ ਕਿਸੇ ਪਾਰਟੀ ਬਾਰੇ ਤਾਂ ਕੀ ਕਹਿਣਾ ਕਿ ਕੌਣ ਬਣੇਗਾ, ਲੋਕਾਂ ਨੂੰ ਪਤਾ ਹੈ। ਬਾਕੀ ਵਕਤ ਜਬ ਸੁਣਾਏਗਾ ਆਪਣਾ ਫੈਸਲਾ,
तो ना जाने कितनी खुशफहमियों के मुंह खुले रह जाएंगे। तो ये आ ਤਾਂ ਗੱਲ ਨਹੀਂ ਕਹਿ ਸਕਦੇ ਕਿ ਕਿਹੜੀ ਪਾਰਟੀ ਬਣੇਗੀ, ਜਾਣੀ ਲੋਕ ਜਾਣਦੇ ਨੇ, ਬਿਹਤਰ ਜਾਣਦੇ ਨੇ। ਸੋ ਉਹੀ ਆਉਣ ਜਿਹੜੇ ਪੰਜਾਬ ਦਾ ਭਲਾ ਕਰ ਸਕਦੇ ਨੇ। ਤੇ ਬਾਕੀ ਜੋ ਕਿਸਾਨ ਅੰਦੋਲਨ ਦੇ ਲੋਕ ਆਏ, ਜਿਹੜੇ ਲੋਕ ਸੀ ਨਾ ਵੀ ਵੋਟਾਂ ਤੋਂ ਥੋੜਾ ਮੂੰਹ ਫੇਰ ਗਏ ਸੀਗੇ ਕਿ ਇਹਨਾਂ ਨਾਲ ਕੋਈ ਬਦਲਾਵ ਨਹੀਂ ਹੋ ਸਕਦਾ, ਸ਼ਾਇਦ ਉਹਨਾਂ ਲੋਕਾਂ ਨੂੰ ਵੀ ਨਵੀਂ ਉਮੀਦ ਦਿਖਦੀ ਹੈ। ਤੇ ਪੰਜਾਬ ਦੇ ਲੋਕਾਂ ਦੀ, ਮੇਰੇ ਆਪਦੇ ਇਹਨਾਂ ਲੋਕਾਂ ਦੀ ਮੈਨੂੰ ਸਭ ਤੋਂ ਖੂਬਸੂਰਤ ਗੱਲ ਵੀ ਇਹ ਲੱਗਦੀ ਹੈ ਕਿ ਆਪਦੀ ਉਮੀਦ ਨਹੀਂ ਮਾਰਦੇ, ਹਮੇਸ਼ਾ ਕੋਈ ਨਾ ਕੋਈ ਰਾਹ ਲੱਭਣ ਦੀ ਕੋਸ਼ਿਸ਼ ਕਰਦੇ ਨੇ। ਤੇ ਬਸ ਮੈਂ ਇਹੀ ਆਖਾਂਗੀ ਕਿ ਕਈ ਵਾਰ ਸਾਨੂੰ ਹੋਇਆ ਹਾਂ, ਬਸ ਇਸ ਤੋਂ ਜ਼ਿਆਦਾ ਫਿਰ ਜ਼ਿਆਦਾ ਪਾਰਟੀਬਾਜ਼ੀ ਹੋ ਜਾਏ। ਹਰਵੀਰ, ਮੇਰਾ ਪਰਸਨਲ ਸਵਾਲ ਹੈ, ਵੈਸੇ ਹਰ ਸਟੋਰੀ 'ਚ ਬਹੁਤ ਸ਼ੁਰੂਆਤ 'ਚ ਹੀ ਮੈਂ ਇਹ ਸਵਾਲ ਪੁੱਛ ਲੈਂਦੀ ਹੁੰਦੀ ਹਾਂ। ਸੋ ਪਰਸਨਲ ਸਵਾਲ ਹੈ ਕਿ ਪਰਿਵਾਰ 'ਚ ਕੌਣ ਹੈ ਔਰ ਹਰਵੀਰ ਦੀ ਜ਼ਿੰਦਗੀ ਕਿਵੇਂ ਦੇ ਪਰਿਵਾਰ ਦੇ ਵਿੱਚ ਸ਼ੁਰੂ ਹੁੰਦੀ ਆ, ਵਿਰਾਸਤ 'ਚ ਕੀ ਮਿਲਿਆ, ਤੇ ਆਉਣ ਵਾਲੇ ਸਮੇਂ ਦੇ ਲਈ ਹਰਵੀਰ ਦਾ ਕੀ ਖੁਆਬ ਹੈ, ਕੀ ਬਣਨਾ? ਮੈਂ ਜਦ ਮੇਰੀ ਪਰਸਨੈਲਿਟੀ ਦੇ ਉੱਤੇ ਜਿਹੜਾ ਪ੍ਰਭਾਵ ਆ ਮੇਰੇ ਗ੍ਰੈਂਡਫਾਦਰ ਜੀ ਦਾ ਹੈ। ਮੈਂ ਮੇਰੇ ਖਿਆਲ ਨਾਲ 6-7 ਇਅਰਸ ਦੀ ਸੀ ਜਦੋਂ ਉਹਨਾਂ ਦੀ ਡੈਥ ਹੋ ਗਈ ਸੀ। ਤੇ ਪਰ ਮੇਰੇ ਕਾਫੀ ਕਲੋਜ਼ ਨੇ ਹਜੇ ਵੀ, ਜਿਵੇਂ ਝਲਕਾਰੇ ਹੁੰਦੇ ਨੇ ਤੁਹਾਡੇ ਵਿੱਚ ਹੁੰਦੇ ਨੇ। ਤੇ ਉਹਨਾਂ ਨੇ ਮੈਨੂੰ ਵਿਰਾਸਤ ਦੇ ਵਿੱਚ ਲਿਬਰਟੀ, ਇਕੁਐਲਿਟੀ, ਫਰੈਟਰਨਿਟੀ, ਹੈ ਨਾ, ਉਹ ਜਿਹੜੇ ਕੰਸੈਪਟ ਸਾਡੇ ਇਸ ਕਨਸਟੀਟਿਊਸ਼ਨ ਦੇ ਨੇ, ਉਹ ਸਭ ਮੈਨੂੰ ਮਿਲੇ ਨੇ। ਵੀ ਉਹ ਐ ਨਹੀਂ ਸੀ, ਭਾਵੇਂ ਉਹ ਉਹਨਾਂ ਵਕਤਾਂ ਦੇ ਵਿੱਚ ਜੇ ਅੱਜ ਦੇ ਕਹੀਏ ਕਿ ਕੋਈ ਯੂਨੀਵਰਸਿਟੀਆਂ ਜ਼ਿਆਦਾ ਪੜ੍ਹੇ ਨਹੀਂ ਸੀ, ਪਰ ਉਹ ਫਿਰ ਵੀ ਉਹਨਾਂ ਨੇ ਮੈਨੂੰ ਵਿਰਾਸਤ ਦੇ ਵਿੱਚ ਪੂਰਾ ਬਰਾਬਰਤਾ, ਆਜ਼ਾਦੀ ਦਾ ਹੱਕ ਦਿੱਤੇ। ਮੇਰੇ ਉਹ ਇੱਕ ਖਿਡਾਰੀ ਵੀ ਸੀ ਤੇ ਨਾਲ ਸੋਸ਼ਲ ਵਰਕਰ ਵੀ ਸੀ। ਇਸ ਤੋਂ ਇਲਾਵਾ ਮੇਰੇ ਮਦਰ ਨੇ, ਉਹ ਟੀਚਰ ਵੀ ਨੇ। ਐਗਰੀਕਲਚਰ ਯੂਨੀਵਰਸਿਟੀ ਦਾ ਸਕੂਲ ਹੈ ਸਾਡੇ ਪਿੰਡ, ਤੇ ਉਹਦੇ ਵਿੱਚ ਟੀਚਰ ਨੇ, ਉਹ ਪੋਇਟ ਵੀ ਨੇ, ਰਾਈਟਰ ਵੀ ਨੇ। ਤੇ ਉਹਨਾਂ ਕਰਕੇ ਮੈਨੂੰ ਲਿਟਰੇਚਰ ਵਿੱਚ ਵੀ ਜ਼ਿਆਦਾ ਇੰਟਰਸਟ ਦਾ ਮੌਕਾ ਮਿਲਿਆ। ਮੇਰੇ ਫਾਦਰ ਸਾਹਿਬ ਨੇ, ਉਹ ਵੀ ਇੱਕ ਖਿਡਾਰੀ ਰਹੇ ਨੇ, ਹੁਣ ਉਹ ਸਰਪੰਚ ਨੇ ਪਿੰਡ ਦੇ। ਤੇ ਇਸ ਤੋਂ ਇਲਾਵਾ ਮੇਰੇ ਚਾਚਾ ਜੀ ਨੇ, ਉਹ ਫਿਲੋਸਫਰ ਕਹਿ ਸਕਦੇ ਹੋ ਤੁਸੀਂ, ਜਾਂ ਪੋਲੀਟੀਕਲ ਨੂੰ ਜਿਵੇਂ ਥਿੰਕਰਸ ਹੁੰਦੇ ਨੇ। ਤੇ ਮੇਰੇ ਆਸ-ਪਾਸ ਦਾ ਮਾਹੌਲ ਇਹੋ ਜਿਹਾ ਹੈ। ਤੇ ਬਾਕੀ ਐਂਟਰਟੇਨਮੈਂਟ ਦੇ ਸੋਰਸਸ ਵੀ ਤੁਹਾਨੂੰ ਕਾਫੀ ਪ੍ਰਭਾਵਿਤ ਕਰਦੇ ਨੇ। ਤੇ ਵਿੱਚ ਕਾਫੀ ਜੈਸੇ ਸੁਰਜੀਤ ਪਾਤਰ ਸਾਹਿਬ ਨੇ, ਸਤਿੰਦਰ ਸਰਤਾਜ ਜੀ ਨੇ, ਇਹ ਸਾਰੇ ਤੁਹਾਡੀ ਪਰਸਨੈਲਿਟੀ ਨੂੰ ਕਿਤੇ ਨਾ ਕਿਤੇ ਇਫੈਕਟ ਕਰਦੇ ਨੇ। ਤੇ ਹਰਵੀਰ ਨੇ ਇੱਕ ਹੁੰਦਾ ਨਾ ਕਿ ਵੈਸੇ ਤਾਂ ਬੰਦਾ ਕੁਝ ਸੋਚਦਾ ਹੋਰ ਹੁੰਦਾ, ਤੇ ਬਾਅਦ 'ਚ ਜਦੋਂ ਜਿਸ ਮੁਕਾਮ ਤੇ ਪਹੁੰਚ ਉਹਨੂੰ ਨਹੀਂ, ਮੇਰੇ ਲਈ ਕੁਦਰਤ ਨੇ ਸੋਚਿਆ ਸੀ। ਹਾਲ ਦੀ ਘੜੀ ਤੁਹਾਡਾ ਕੀ ਸੁਪਨਾ ਹੈ? ਪੋਲੀਟੀਕਲ ਲਾਈਨ ਦੇ ਵਿੱਚ ਜਾਓਗੇ ਜਾਂ ਕੋਈ ਹੋਰ ਸੁਪਨਾ ਹੈ ਜਿੱਦਾਂ ਤੁਸੀਂ ਹੁਣ ਸਿੰਜ ਰਹੇ ਹੋ? ਸੁਪਨੇ ਨਾ ਕਾਫੀ ਹੈ, ਕਿਉਂਕਿ ਮੇਰੀ ਖੇਡ ਹੈ ਜਿਹੜੀ, ਉਹ ਵੀ ਰੈਸਲਿੰਗ ਹੈ। ਤਾਂ ਉਹਦੇ ਵਿੱਚ ਰੈਸਲਿੰਗ ਵੀ ਹੈ ਜਿਹੜੀ, ਕਾਫੀ ਖੇਡਾਂ ਦਾ ਸੁਮੇਲ ਹੈ। ਮੇਰੀ ਜਿਹੜੀ ਸਟੱਡੀ ਹੈਗੀ ਸੋਸ਼ਲ ਸਾਇੰਸਿਸ, ਉਹ ਵੀ ਕਾਫੀ ਸਾਰੀਆਂ ਡਿਫਰੈਂਟ ਜਿਹੜੇ ਡਿਸਿਪਲਨਸ ਹੈ, ਉਹਨਾਂ ਦਾ ਇੱਕ ਬਿਊਟੀਫੁਲ ਸੰਗਮ ਹੈ। ਤੇ ਮੈਂ ਨਹੀਂ ਕਹਿ ਸਕਦੀ ਕੀ ਬਣੂੰਗੀ, ਕਿਉਂਕਿ ਉਸ ਦਿਨ ਜਾਂ ਇੰਟਰਵਿਊ ਲਈ ਸੀ ਸਾਡੀ, ਹੈ ਨਾ, ਉਹ ਵੀ ਅਨਪ੍ਰੈਡਿਕਟੇਬਲ ਸੀ। ਮੈਨੂੰ ਉਸ ਦਿਨ ਕਹਿਣਾ ਪੈਂਦਾ ਹੈ, ਕਈ ਵਾਰ ਹੁੰਦਾ ਨਹੀਂ ਕਿ ਇਹ ਕੰਮ ਮੈਂ ਨਹੀਂ ਕੀਤਾ, ਇਹ ਰੱਬ ਨੇ ਕਰਾ ਲਿਆ। ਸਮਟਾਈਮਸ ਕਦੇ ਨਾ ਕਿਤੇ ਡੈਸਟਨੀ ਦੇ ਉੱਤੇ ਵੀ ਕਰਨਾ ਪੈਂਦਾ ਕਿ ਠੀਕ ਹੈ, ਰੱਬ ਨੇ ਜੋ ਕੀਤਾ ਹੈ। ਤੇ ਬਾਕੀ ਵੇਖਦੇ ਹਾਂ ਕਿ ਵਕਤ ਕੀ ਦੱਸਦਾ ਹੈ। ਤੇ ਆਪਦੇ ਵੱਲੋਂ ਹੈ, ਫਿਰ ਵੀ ਕੁਝ ਤਾਂ ਹੋਊਗਾ ਕਿ ਰੈਸਲਿੰਗ ਦੇ ਵਿੱਚ ਜਾਣ ਦਾ। ਰੈਸਲਿੰਗ ਸਪੋਰਟਸ ਮੇਰਾ ਫੇਵਰੇਟ ਹੈ, ਤੇ ਮੈਂ ਸਪੋਰਟਸ ਦੇ ਵਿੱਚ ਅੱਗੇ ਜਾਣ ਦਾ ਮੇਰਾ ਕਾਫੀ। ਹੁਣ ਤੱਕ ਕੁਝ ਕੀਤਾ ਉਹਦੇ ਵਿੱਚ ਤੁਸੀਂ? ਹਾਂ, ਮੈਂ ਨੈਸ਼ਨਲ ਦੇ ਵਿੱਚ ਬ੍ਰੌਂਜ਼ ਮੈਡਲਿਸਟ ਹਾਂ। ਹਾਂਜੀ। ਤੇ ਇਸ ਤੋਂ ਇਲਾਵਾ ਮੈਂ ਰਾਈਟਿੰਗਸ ਵੀ ਕਰਦੀ ਹਾਂ। ਤੇ ਮੈਂ ਵਾਰਤਕ ਲਿਖਣੇ, ਜਾਂ ਸਾਡੇ ਪੋਲੀਟੀਕਲ ਮਸਲਿਆਂ ਦੇ ਉੱਤੇ, ਐਜੂਕੇਸ਼ਨ ਦੇ ਉੱਤੇ, ਪਾਕਿਸਤਾਨ ਦੇ ਨਾਲ ਰਿਲੇਸ਼ਨ ਦੇ ਉੱਤੇ, ਤੇ ਵਾਟਰ ਦਾ ਜਿਹੜਾ ਕੰਸੈਪਟ ਉਹਦੇ ਉੱਤੇ ਲਿਖਿਆ। ਤੇ ਇਸ ਤੋਂ ਇਲਾਵਾ ਮੇਰਾ ਹੈ ਕਿ ਸਾਡੀਆਂ ਜਿਹੜੇ ਸਾਡੇ ਹੈ ਨਾ, ਸਾਡੇ ਹਿਸਟੋਰੀਕਲ ਬੁੱਕਸ ਹੈ, ਉਹ ਫਾਰਸੀ ਭਾਸ਼ਾ ਦੇ ਵਿੱਚ ਹੈ, ਪਰ ਸਾਨੂੰ ਪੜ੍ਹਾਈ ਨਹੀਂ ਜਾਂਦੀ ਇੰਨੀ। ਤੇ ਜਿਵੇਂ ਅਕਬਰਨਾਮਾ, ਬਾਬਰਨਾਮਾ, ਜਫਰਨਾਮਾ, ਸਾਡੀ ਕਾਫੀ ਪੰਜਾਬ ਦੀ ਹਿਸਟਰੀ ਜਿਹੜੀ ਸਾਨੂੰ ਉਹ ਈਰਾਨ, ਇਰਾਕ ਤੇ ਅਫਗਾਨਿਸਤਾਨ ਨਾਲ ਜੋੜਦੀ ਹੈ ਸਾਨੂੰ, ਉਹ ਫਾਰਸੀ ਦੇ ਵਿੱਚ ਹੈ। ਮੈਨੂੰ ਹੈ ਕਿ ਮੈਂ ਇਹਦੇ ਵਿੱਚ ਟਰਾਂਸਲੇਟ ਕਰਾਂ ਪੰਜਾਬੀ ਦੇ ਵਿੱਚ, ਲੋਕਾਂ ਨੂੰ ਦੱਸਾਂ ਥੋੜਾ ਜਿਹਾ ਇਤਿਹਾਸ ਦੇ ਬਾਰੇ। ਲੋਕ ਅਕਸਰ ਕਹਿ ਦਿੰਦੇ ਕਿ ਇਟ ਇਜ਼ ਅ ਬੋਰਿੰਗ ਸਬਜੈਕਟ। ਅਕਸਰ ਹੀ 6th ਕਲਾਸ ਦੀ ਬੁੱਕ ਸਟਾਰਟਿੰਗ ਵਿੱਚ ਇਹ ਗੱਲ ਲਿਖ ਦਿੱਤੀ ਜਾਂਦੀ ਹੈ, ਸਾਡੇ ਮਾਈਂਡ 'ਚ ਬੈਠ ਜਾਂਦੀ ਹੈ। ਪਰ ਸਤਿੰਦਰ ਸਰਤਾਜ ਜੀ ਦੀ ਗੱਲ ਮੈਨੂੰ ਬਹੁਤ ਵਧੀਆ ਲੱਗਦੀ ਹੈ ਕਿ ਜੇ ਢੋਲ ਫੜ ਜੇ ਤਾਂ ਡਗਾ ਵੀ ਨਹੀਂ ਰਹਿੰਦਾ, ਜਿਹੜੇ ਪਿੱਛਾ ਭੁੱਲ ਜਾਣ ਉਹਨਾਂ ਦਾ ਅੱਗਾ ਵੀ ਨਹੀਂ ਰਹਿੰਦਾ। ਸੋ ਸਾਡਾ ਜੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਸਮਝਣਾ ਹੈ ਤਾਂ ਤੁਸੀਂ ਉਹਦੇ ਵਾਸਤੇ ਵੀ ਕਾਫੀ ਸਾਰੀਆਂ ਭਾਸ਼ਾਵਾਂ ਤੁਹਾਨੂੰ ਆਉਣੀਆਂ ਚਾਹੀਦੀਆਂ ਨੇ। ਸੋ ਮੇਰੀ ਦਿਲੀ ਤਮੰਨਾ ਹੈ, ਜੇ ਰੱਬ ਨੇ ਕਾਬਲ ਬਣਾਇਆ ਤਾਂ ਮੈਂ ਉਹਨਾਂ ਨੂੰ ਟਰਾਂਸਲੇਟ ਕਰਨਾ ਚਾਹੁੰਦੀ ਹਾਂ ਕਿ ਪੰਜਾਬੀ ਦੇ ਵਿੱਚ ਸਾਡੇ ਨੌਜਵਾਨ ਕਿਤਾਬਾਂ ਨੂੰ ਪੜ੍ਹਨ। ਕਿਉਂਕਿ ਭਾਵੇਂ ਸਾਡੇ ਨੌਜਵਾਨਾਂ ਦੇ ਹੱਥ ਵਿੱਚ ਫੋਨ ਨੇ, ਪਰ ਅੱਜ ਵੀ ਜਿੰਨੀਆਂ ਵੀ ਪਾਲਿਸੀਆਂ ਬਣਦੀਆਂ ਨੇ ਉਹ ਕਿਤਾਬਾਂ ਨੂੰ ਪੜ੍ਹ ਕੇ ਬਣਦੀਆਂ ਨੇ। ਹਰਵੀਰ, ਮੇਰਾ ਲਾਸਟ ਸਵਾਲ ਹੈ ਕਿ ਕੁੜੀਆਂ, ਔਰਤ ਕਿੰਨਾ ਜ਼ਰੂਰੀ ਆ ਸਮਾਂ? ਹਾਲਾਂਕਿ ਔਰਤਾਂ ਨੇ ਆਪਣੇ ਆਪ ਨੂੰ ਹਰ ਮੁਕਾਮ ਦੇ ਉੱਤੇ ਪ੍ਰੂਫ ਕਰ ਦਿੱਤਾ,
ਅਸੀਂ ਜਹਾਜ਼ ਚਲਾ ਸਕਦੀਆਂ, ਅਸੀਂ ਘਰ ਸੰਭਾਲ ਸਕਦੀਆਂ, ਅਸੀਂ ਨੌਕਰੀ ਕਰ ਸਕਦੀਆਂ, ਗੱਡੀਆਂ ਚਲਾ ਸਕਦੀਆਂ, ਟਰੱਕ ਚਲਾ ਸਕਦੀਆਂ, ਸਭ ਕਰ ਸਕਦੀਆਂ। ਕੀ ਲੱਗਦਾ ਹੈ ਅਜੇ ਵੀ ਔਰਤਾਂ ਦੇ ਵੱਲੋਂ ਕਿੱਥੇ ਕੁ ਕਮੀ ਆ ਕਿ ਉਹ ਆਪਣੀ ਗੱਲ ਕਹਿਣ ਦੇ ਵਿੱਚ, ਆਪਣਾ ਹੱਕ ਲੈਣ ਦੇ ਵਿੱਚ ਪਿੱਛੇ ਹੈ, ਜਾਂ ਸਮਾਜ ਨੇ ਕਿਉਂ ਇੰਨਾ ਵਿਰਵਾ ਰੱਖਿਆ? ਔਰਤਾਂ ਨੂੰ ਆਪਣੇ ਵਜੂਦ ਨੂੰ ਹਰ ਜਗ੍ਹਾ ਤੇ ਸਾਬਤ ਕਰਨ ਦੇ ਲਈ, ਪ੍ਰੌੜਤਾ ਦੇ ਨਾਲ ਸਾਬਤ ਕਰਨ ਦੇ ਲਈ ਕਰਨਾ ਕੀ ਹੋਊਗਾ? ਬਹੁਤ ਥੋੜੇ ਸ਼ਬਦਾਂ 'ਚ। ਮੈਂ ਹੀ ਆਖੂੰਗੀ ਕਿ ਜਿਨ੍ਹਾਂ ਨੂੰ ਮੁਕਾਮ ਮਿਲੇ ਨੇ ਜੋ ਹੈ, ਤੇ ਉਹਨਾਂ ਨੂੰ ਕਹੂੰਗੀ ਕਿ ਉਹ ਅਜਿਹੇ ਕੰਮ ਕਰਨ ਤਾਂ ਕਿ ਉਹਨਾਂ ਦੇ ਪਿੱਛੇ, ਉਹਨਾਂ ਦੇ ਪਿੰਡਾਂ ਦੇ ਵਿੱਚ, ਉਹਨਾਂ ਦੇ ਨਾਲ ਸੰਬੰਧਿਤ ਪਰਿਵਾਰਾਂ ਦੇ ਵਿੱਚ ਵੀ ਜੋ ਬੇਟੀਆਂ ਨੇ ਉਹ ਵੀ ਸਮਝਣ ਕਿ ਹਾਂ ਵੀ ਜੇ ਕੋਈ ਬਿਹਤਰ ਕਰਦਾ ਹੈ, ਜੇ ਯੂਨੀਵਰਸਿਟੀਆਂ 'ਚ ਜਾਂਦਾ ਹੈ, ਵੱਡੇ ਸ਼ਹਿਰਾਂ ਵਿੱਚ ਜਾਂਦਾ ਹੈ, ਤਾਂ ਉਹਦੇ ਨਾਲ ਵਿਗੜਦੇ ਨਹੀਂ, ਇੱਕ ਵਿਗੜਨ ਵਾਲਾ ਸ਼ਬਦ ਹੁੰਦਾ ਹੈ, ਤਾਂ ਉਹਦੇ ਨਾਲ ਕਿਤੇ ਨਾ ਕਿਤੇ ਬੱਚੀਆਂ, ਬਾਕੀ ਜਿਹੜੀਆਂ ਸਾਡੇ ਪਿੱਛੇ ਬੇਟੀਆਂ ਹੁੰਦੀਆਂ ਨੇ, ਲੋਕਾਂ ਦੇ ਘਰੇ ਬੇਟੀਆਂ ਹੁੰਦੀਆਂ ਨੇ, ਤੇ ਉਹਨਾਂ ਨੂੰ ਲੱਗਦਾ ਕਿ ਸਾਡੀ ਬੇਟੀ ਵੀ ਕਿਤੇ ਵਿਗੜ ਨਾ ਜਾਵੇ। ਸੋ ਜਿਹੜੇ ਮੂਹਰਲੀ ਕਤਾਰ ਦੀਆਂ ਔਰਤਾਂ ਨੇ ਜਿਨ੍ਹਾਂ ਨੂੰ ਕੁਝ ਹਾਸਿਲ ਹੋਇਆ ਹੈ, ਜੇ ਉਹ ਬਿਹਤਰ ਕਰਨ ਤਾਂ ਉਹ ਕਿਤੇ ਨਾ ਕਿਤੇ ਬਾਕੀ ਲੋਕਾਂ ਨੂੰ ਵੀ ਮੁਤਾਸਿਰ ਕਰ ਦੇਣਾ ਕਿ ਜੇ ਪੜਾਵੋਗੇ ਤੇ ਇਹਦਾ ਮਤਲਬ ਹੈ ਨਹੀਂ ਕਿ ਵਿਗੜਨਗੀਆਂ, ਨਾਮ ਵੀ ਰੋਸ਼ਨ ਕੀਤਾ ਜਾ ਸਕਦਾ ਹੈ। ਤੇ ਬਾਕੀ ਇਹੀ ਹੈ ਕਿ दुआ करना बेटियों की खैर हो, जब भी मेले में बिकती चूड़ियों को देखना। तो हाँ जी, ਸ਼ਾਇਰੀ ਦੇ ਵਿੱਚ ਕਾਫੀ ਅੱਛਾ ਹੋ ਗਿਆ ਹੋ ਨਾ। ਜ਼ਿਆਦਾ ਮੈਂ ਉਰਦੂ ਦੀ ਸ਼ਾਇਰੀ ਮੇਰੀ ਮਦਰ ਜੈਸੇ ਲਿਟਰੇਚਰ ਦੇ ਵਿੱਚ ਸੀ, ਤਾਂ ਉਹਦੇ ਕਰਕੇ ਮੈਨੂੰ ਥੋੜ੍ਹਾ ਲਿਟਰੇਚਰ ਦਾ ਸ਼ੌਂਕ ਹੈ। ਯੂਟਿਊਬਸ ਦੇ ਉੱਤੇ ਕਾਫੀ ਵੀਡੀਓਜ਼ ਹੈ ਪੁਰਾਣੇ ਮੁਸ਼ਾਇਰਿਆਂ ਦੀਆਂ, ਤਾਂ ਮੇਰੇ ਜੇ ਟੀਚਰਸ ਵੀ ਨੇ, ਸਾਡੇ ਫਿਲੋਸਫਰਸ ਦੀਆਂ ਵੀ ਕੁਝ ਇੰਟਰਵਿਊਜ਼ ਹੁੰਦੀਆਂ ਨੇ ਨਾ, ਤਾਂ ਮੈਂ ਜੇ ਕਿਸੇ ਦਾ ਜ਼ਿਕਰ ਆਉਂਦਾ ਤਾਂ ਮੈਨੂੰ ਇਹ ਹੁੰਦਾ ਕਿ ਉਹਨਾਂ ਵੱਡੇ ਲੋਕਾਂ ਨੂੰ ਆਪ ਸੁਣਿਆ ਜਾਵੇ, ਉਹ ਕਿੱਦਾਂ ਬੋਲਦੇ ਨੇ, ਕਿੱਦਾਂ ਉਹਨਾਂ ਦਾ ਢੰਗ ਹੈ। ਤਾਂ ਕਾਫੀ ਉਰਦੂ ਦੇ ਜੋ ਸ਼ਾਇਰ ਨੇ, ਮੈਂ ਉਹਨਾਂ ਦੀਆਂ ਲਾਈਵ ਜੋ ਉਹਨਾਂ ਦੇ ਮੁਸ਼ਾਇਰੇ ਵੇਖਦੇ ਹਾਂ ਤਾਂ ਉਹਨਾਂ ਦਾ ਸ਼ਾਇਦ ਅਸਰ ਹੁੰਦਾ, ਚੰਗੇ ਲੱਗਦੇ ਨੇ। ਤੁਹਾਡੇ ਜਜ਼ਬਾਤਾਂ ਨੂੰ ਜੇ ਕੋਈ ਜ਼ੁਬਾਨ ਦਿੰਦਾ ਹੈ ਨਾ ਤਾਂ ਤੁਹਾਨੂੰ ਚੰਗਾ ਲੱਗਦਾ ਹੈ। ਬਹੁਤ ਬਹੁਤ ਸ਼ੁਕਰੀਆ ਹਰਵੀਰ, ਤੁਸੀਂ ਸਾਡੇ ਲਈ ਵਕਤ ਕੱਢਿਆ ਔਰ ਇੰਨੀਆਂ ਖੂਬਸੂਰਤ ਗੱਲਾਂ। ਥੈਂਕ ਯੂ ਮੈਮ, ਤੁਸੀਂ ਇੰਨੀ ਦੂਰੋਂ ਚੱਲ ਕੇ ਆਏ, ਪਹਿਲਾਂ ਤਾਂ ਮੈਂ ਤੁਹਾਡੀ ਬਹੁਤ ਧੰਨਵਾਦੀ ਹਾਂ। ਤੇ ਬਾਕੀ ਮੈਂ ਨੌਜਵਾਨਾਂ ਨੂੰ ਇਹੀ ਕਹੂੰਗੀ ਕਿ ਅੱਜ ਇਲੈਕਸ਼ਨਸ ਦੇ ਦੌਰ ਹੈ ਤੇ ਭਾਈਚਾਰਿਆਂ ਦੇ ਸਾਂਝਿਆਂ ਦੇ ਉੱਤੇ ਬਹੁਤ ਵੱਡੇ ਹਮਲੇ ਹੋ ਰਹੇ ਨੇ। ਸਾਡਾ ਪਿੰਡਾਂ ਦਾ ਭਾਈਚਾਰਾ ਟੁੱਟ ਰਿਹਾ ਹੈ, ਸਾਡੀ ਯੂਨਿਟੀ ਟੁੱਟ ਰਹੀ ਹੈ, ਸਾਡੀਆਂ ਵੈਲਿਊਜ਼ ਦੇ ਵਿੱਚ ਕਾਫੀ ਨਿਘਾਰ ਆਇਆ ਹੈ, ਜ਼ੁਬਾਨ ਦਾ ਪੱਧਰ ਸਾਡਾ ਕਾਫੀ ਡਿੱਗ ਰਿਹਾ ਹੈ। ਤੇ ਇਹਨਾਂ ਦੇ ਵਿੱਚ ਹੀ ਭਗਤ ਰਵਿਦਾਸ ਜੀ ਦਾ ਵੀ ਜਨਮ ਦਿਹਾੜਾ ਆਉਂਦਾ ਹੈ, 14 ਫਰਵਰੀ ਨੂੰ ਹੈ ਉਹਨਾਂ ਦਾ ਵੀ। ਤੇ ਮੈਂ ਕਹੂੰਗੀ ਕਿ ਉਹਨਾਂ ਦਾ ਨਾਮ ਦੇ ਉੱਤੇ ਅਸੀਂ ਸਾਂਝ ਰੱਖੀਏ, ਕਿਉਂਕਿ ਉਹਨਾਂ ਦਾ ਸਭ ਤੋਂ ਵੱਡਾ ਇਹੀ ਮੈਸੇਜ ਸੀ ਕਿ ਆਪਦੇ ਪੜੋਸੀ ਦੇ ਨਾਲ ਬਣਾ ਕੇ ਰੱਖੋ। ਤੇ ਭਗਤ ਰਵਿਦਾਸ ਜੀ ਸਾਡੇ ਗੁਰੂ ਸਾਹਿਬਾਨ, ਸਾਡੇ ਧਰਮ ਦੇ ਲੋਕ ਜਿਨ੍ਹਾਂ ਨੇ ਇਕੱਠੇ ਕੀਤਾ ਇਹ ਲੋਕਾਂ ਨੂੰ, ਅਸੀਂ ਉਹਨਾਂ ਚਿਰਾਗਾਂ ਨੂੰ ਆਪਦੇ ਹੱਥ 'ਚ ਰੱਖੀਏ, ਨਾ ਕਿ ਰਾਜਨੀਤਿਕ ਲੋਕਾਂ ਦੇ ਹੱਥ ਫੜਾਈਏ, ਕਿਉਂਕਿ ਇਹ ਚਿਰਾਗ ਨੇ ਧਰਮ ਤੇ ਰਾਜਨੀਤੀ, ਜਿਹਨਾਂ ਅਸੀਂ ਘਰ ਨੂੰ ਜਲਾ ਵੀ ਸਕਦੇ ਹਾਂ ਤੇ ਘਰ ਨੂੰ ਰੋਸ਼ਨ ਵੀ ਕਰ ਸਕਦੇ ਹਾਂ। ਇਹ ਸਾਡੀ ਕਾਬਲੀਅਤ ਹੈ। ਤੇ ਸੋ ਅਸੀਂ ਰਾਜਨੀਤੀ ਤੇ ਧਰਮ ਨੂੰ ਆਪਦੇ ਹੱਥ ਵਿੱਚ ਰੱਖੀਏ। ਇਹ ਅਜਿਹੇ ਜਿਹੜੇ ਲੋਕ ਜਿਹੜੇ ਦੰਗੇ ਕਰਾ ਦਿੰਦੇ ਨੇ ਜਾਂ ਕੁਛ ਗਲਤ ਆਨਸਰ ਜਿਹੜੇ ਸਮਾਜ ਦੇ ਵਿੱਚ ਪੈਦਾ ਕਰਦੇ ਨੇ, ਸਾਨੂੰ ਜ਼ਰੂਰਤ ਹੈ ਕਿ ਅਸੀਂ ਇਹਨਾਂ ਤੋਂ ਆਪਦੇ ਜੋ ਚਿਰਾਗ ਨੇ ਆਪਦੇ ਹੱਥ ਦੇ ਵਿੱਚ ਰੱਖੀਏ ਤੇ ਰਾਹਾਂ ਨੂੰ ਰੋਸ਼ਨਾਈਏ। ਕਹਿੰਦੇ ਆ ਕਿ ਔਰਤ ਜੇ ਆਪਣੀ ਸੁੰਦਰਤਾ ਨਾਲੋਂ ਬੌਧਿਕਤਾ ਦੇ ਉੱਤੇ ਜ਼ਿਆਦਾ ਜ਼ੋਰ ਦੇਵੇ ਤੇ ਉਹ ਜਲਦੀ ਜਿਹੜਾ ਖਰਾਬ ਢਾਂਚਾ ਹੈ ਉਹਦੇ ਵਿੱਚੋਂ ਆਜ਼ਾਦ ਹੋ ਸਕਦੀ ਆ। ਸੋ ਸੁੰਦਰਤਾ ਦਾ ਸੁਮੇਲ ਇਦਾਂ ਦੀ ਬੌਧਿਕਤਾ ਹੁੰਦੀ ਹੈ ਕਿ ਬਹੁਤ ਛੋਟੀ ਉਮਰੇ ਜਦੋਂ ਤੁਸੀਂ ਆਪਣੇ ਆਸੇ-ਪਾਸੇ ਨੂੰ ਸੋਚਦੇ ਹੋ, ਸਮਝਦੇ ਹੋ, ਵਿਚਾਰਦੇ ਹੋ ਤੇ ਇੰਨੀ ਖੂਬਸੂਰਤੀ ਨਿਕਲ ਕੇ ਆਉਂਦੀ ਆ। ਸੋ ਹਰਵੀਰ ਦੀ ਖੂਬਸੂਰਤੀ ਉਹਦੇ ਵਿਚਾਰਾਂ ਦੇ ਵਿੱਚੋਂ ਨਿਕਲਦੀ ਆ ਔਰ ਬਹੁਤ ਜ਼ਰੂਰਤ ਹੈ ਇਸ ਉਮਰ ਤੋਂ ਹੀ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕਿ ਅਸੀਂ ਬੌਧਿਕ ਤੌਰ ਦੇ ਉੱਤੇ ਕਿਸ ਹੱਦ ਤੱਕ ਸੋਚ ਵਿਚਾਰ ਸਕਦੇ ਹਾਂ, ਸਾਡੇ ਕੋਲੇ ਸਮਰੱਥਾ ਕਿੰਨੀ ਹੈ ਤੇ ਉਹ ਸਾਨੂੰ ਕਿਸ ਹੱਦ ਤੱਕ ਆਜ਼ਾਦ ਕਰ ਸਕਦੀ ਆ। ਬਹੁਤ ਖੂਬਸੂਰਤ ਸੁਨੇਹਿਆਂ ਦੇ ਨਾਲ ਇਸ ਕੁੜੀ ਨੇ ਆਪਣੀ ਇੰਟਰਵਿਊ ਦਾ ਅੰਤ ਕੀਤਾ ਔਰ ਅੱਜ ਦਾ ਜਿਹੜਾ ਹਰ ਸਟੋਰੀ ਸ਼ੋ ਆ ਉਹ ਮੈਨੂੰ ਕਰਕੇ ਬਹੁਤ ਖੁਸ਼ੀ ਹੋਈ ਕਿ ਇਸ ਕੁੜੀ ਦੇ ਜ਼ਰੀਏ ਬਹੁਤ ਸਾਰੀਆਂ ਕੁੜੀਆਂ ਦੇ ਸ਼ਾਇਦ ਮਨ ਦੇ ਖਿਆਲ ਹੋਣਗੇ, ਬਹੁਤ ਕੁੜੀਆਂ ਜਿਹੜੀਆਂ ਇਸ ਵੇਲੇ ਸਕਰੀਨ ਤੇ ਦੇਖਣਗੀਆਂ ਤੇ ਉਹਨਾਂ ਦੇ ਮਨ 'ਚ ਆਊਗਾ ਕਿ ਅਸੀਂ ਵੀ ਇਸ ਹੱਦ ਤੱਕ ਸੋਚਦੀਆਂ ਪਰ ਕਹਿਣਾ ਨਹੀਂ ਆਉਂਦਾ। ਤੇ ਮੇਰੀ ਜਿਹੜੀ ਆ ਕੋਸ਼ਿਸ਼ ਇਸੇ ਲਈ ਹੈ ਹਰ ਸਟੋਰੀ ਸ਼ੋ ਦੇ ਵਿੱਚ ਇਹਨਾਂ ਦੀ ਸਟੋਰੀ ਕਰਨ ਦੀ ਕਿ ਕੁੜੀਆਂ ਆਪਣੀ ਗੱਲ ਕਹਿਣੀ ਸਿੱਖਣ ਤੇ ਆਪਣੇ ਵਜੂਦ ਨੂੰ ਹਰ ਜਗ੍ਹਾ ਸਾਬਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਥੋੜੀ ਜਾਰੀ ਰਹਿਣੀ ਚਾਹੀਦੀ ਹੈ ਤਾਂ ਕਿ ਇਸੇ ਦੇ ਵਿੱਚ ਸਮਾਜ ਦਾ ਭਲਾ। ਕਹਿੰਦੇ ਹੁੰਦੇ ਆ ਕਿ ਜੇ ਇੱਕ ਕੁੜੀ ਪੜ ਜਾਵੇ ਤੇ 2 ਪੀੜ੍ਹੀਆਂ 2 ਘਰਾਂ ਦੀਆਂ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪੜ ਜਾਂਦੀਆਂ। ਔਰ ਇੰਨੇ ਰੌਸ਼ਨ ਦਿਮਾਗ ਜੇ ਕੁੜੀਆਂ ਦੇ ਹੈਗੇ ਆ ਤੇ ਉਹਨਾਂ ਨੂੰ ਕਿਉਂ ਸਮਾਜ ਦੇ ਸਾਹਮਣੇ ਨਹੀਂ ਲਿਆਂਦਾ ਜਾਂਦਾ ਤੇ ਕਿਉਂ ਖੁੱਲ ਕੇ ਆਪਣੀ ਗੱਲ ਨਹੀਂ ਰੱਖੀ ਜਾਂਦੀ, ਇਹ ਇੱਕ ਵੱਡਾ ਸਵਾਲ ਹੈ। ਹਰਵੀਰ ਕੋਲ ਆਏ, ਹਰਵੀਰ ਨੇ ਬਹੁਤ ਖੂਬਸੂਰਤ ਗੱਲਾਂ ਕੀਤੀਆਂ ਔਰ ਹਰ ਇੱਕ ਆਸਪੈਕਟ ਦੇ ਉੱਤੇ ਕੀਤੀਆਂ। ਔਰ ਵਾਕਈ ਸਹੀ ਗੱਲ ਹੈ ਕਿ ਰਾਜਨੀਤਿਕ ਲੋਕ ਜਿਹੜੇ ਹੈਗੇ ਉਹਨਾਂ ਦੇ ਹੱਥਾਂ ਦੇ ਵਿੱਚ ਧਰਮ ਤੇ ਰਾਜਨੀਤੀ ਦੀ ਜਿਹੜੀ ਆ ਮਸ਼ਾਲ ਆ ਉਹ ਫੜਾਉਣ ਦੀ ਬਜਾਏ ਆਪਣੇ ਹੱਥਾਂ 'ਚ ਰੱਖੋ ਤੇ ਫਿਰ ਦੇਖੋ ਘਰ ਕਿਵੇਂ ਰੌਸ਼ਨ ਹੁੰਦੇ ਆ ਔਰ ਰਿਸ਼ਤੇ ਕਿੰਨੇ ਰੌਸ਼ਨ ਹੁੰਦੇ ਆ ਤੇ ਧੀਆਂ ਦੇ ਲਈ ਸਮਾਜ ਹੋਰ ਕਿੰਨਾ ਖੂਬਸੂਰਤ ਹੋ ਜਾਊਗਾ। ਹਰ ਸਟੋਰੀ ਸ਼ੋ ਵਿਦ ਰਮਨ ਤੂਰ ਦੇ ਵਿੱਚ ਇਹ ਨਹੀਂ ਦਿਓ ਇਜਾਜ਼ਤ। ਸ਼ੁਕਰੀਆ।